ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਪੀਜੀਆਈ ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Quick Truck Lube। ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। एड्रेस 2201 साउथ यूनियन एवेन्यू, बेकर्सफील्ड, कैलिफोर्निया 93307। यूनियन विलेज। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਤੁਹਾਨੂੰ ਦੱਸ ਦਈਏ ਜੀ ਕਿ ਅੱਜ ਦਾ ਇਹ ਪ੍ਰੋਗਰਾਮ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ ਸਪਾਂਸਰ ਕੀਤਾ ਗਿਆ ਜੀ। ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਤੁਸੀਂ ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ। 661-754-1722 661 754 1722 ਦੇ ਉੱਤੇ। ਅਤੇ ਜਤਿੰਦਰ ਜੀ ਪ੍ਰੋਪਰਟੀ ਰੀਅਲ ਸਟੇਟਰ ਵੀ ਨੇ, ਵਧੀਆ ਪ੍ਰੋਪਰਟੀ ਕਾਰੋਬਾਰ, ਕੋਈ ਵਪਾਰਕ ਸਥਾਨ, ਕੋਈ ਸਟੋਰ ਵਗੈਰਾ ਲੈਣਾ ਤਾਂ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਇਹ ਕਹਿੰਦੇ ਨੇ ਕਿ ਅਮਰੀਕਾ 'ਚ ਕਿਤੋਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ, ਕੈਨੇਡਾ 'ਚੋਂ ਕਰ ਲਓ। ਜੇ ਤੁਹਾਨੂੰ ਲੱਗਦਾ ਕਿ ਸਲਾਹ ਲੈਣੀ ਹੈ, ਸਲਾਹ ਦਾ ਕੋਈ ਪੈਸਾ ਨਹੀਂ ਲੱਗਦਾ। ਸੋਲਰ ਸਿਸਟਮ ਬਾਰੇ ਇਹਨਾਂ ਨਾਲ ਜਾਣਕਾਰੀ ਕਿਤੇ ਨਾ ਕਿਤੇ ਜ਼ਰੂਰ ਸਾਂਝੀ ਕਰੋ। 661-754-1722। ਪੱਟੀ ਸਾਹਿਬ ਸਾਡੇ ਨਾਲ ਨੇ ਜੀ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦਾਨੇਵਾਲੀ ਸਾਹਿਬ। ਪੱਟੀ ਸਾਹਿਬ ਕੀ ਬਣਿਆ ਜੀ? ਸਮੇਧ ਸੈਣੀ ਦੀ ਜ਼ਮਾਨਤ ਹੋਈ ਸੀਗੀ, ਅਰਜੀ ਲੱਗੀ ਸੀਗੀ। ਬਿਲਕੁਲ ਜੀ, ਉਹ ਵੀ ਗੱਲ ਕਰਦੇ ਆ। ਇਸ ਤੋਂ ਪਹਿਲਾਂ ਜਿਹੜੀ ਤਾਜ਼ੀ ਖਬਰ ਆਈ ਹੈ ਕਿ DGP ਨੇ ਕਿਹਾ ਵੀ ਅਸੀਂ 2 ਖਾਲਿਸਤਾਨੀ ਆਪਰੇਟਰ ਜਿਹੜੇ ਉਹ ਬਸਤ ਕੀਤਾ ਗੈਂਗ ਤੇ 2 ਬੰਦੇ ਫੜੇ ਨੇ। ਅੱਛਾ, ਖਾਲਿਸਤਾਨੀ ਆਪਰੇਟਰ ਜਾਂ ਟੈਰਰਿਸਟ ਜੀ ਜਾਂ ਟੈਰਰਿਸਟ? ਅੱਛਾ ਜੀ। ਹੁਣ ਉਹ ਕਹਿੰਦੇ ਆ ਵੀ ਇਹਨਾਂ ਦੇ ਕੋਲੋਂ ਅਸੀਂ ਜਿਹੜੀ ਆ ਇੱਕ
ਜਰਮਨ ਮੇਡ ਜਿਹੜੀ ਐਸਪੀ ਜਿਹੜੀ ਆ MP5 ਸਬ ਮਸ਼ੀਨ ਗਨ ਤੇ ਇੱਕ 9mm ਦਾ ਪਿਸਟਲ ਤੇ 2 ਮੋਬਾਈਲਸ ਵਿਦ ਇਨ ਮਟੀਰੀਅਲ ਬਰਾਮਦ ਕੀਤੇ ਆ। ਹੁਣ ਸਮਝ ਨਹੀਂ ਆਉਂਦੀ ਵੀ ਤੁਸੀਂ ਬਾਰਡਰ ਤੇ ਇੰਨੀ ਸਖਤੀ ਕੀਤੀ ਆ, ਬਾਰਡਰ ਤੇ ਇੰਨੀ ਚਿਲਮੀ ਤਾਰ ਲੱਗੀ ਆ, ਉਹ ਤਾਰ ਦੇ ਵਿੱਚ ਰਾਤ ਨੂੰ ਕਰੰਟ ਵੀ ਚੱਲਦਾ ਤੇ ਫਿਰ ਇਹ ਮਾਲ ਕਿੱਥੋਂ ਆ ਰਿਹਾ ਜੀ? ਅਸੀਂ ਇੱਕੋ ਹੀ ਗੱਲ ਕਹਿ ਦਿੰਦੇ ਇਹ ਪਾਕਿਸਤਾਨ ਤੋਂ ਆ ਰਿਹਾ। ਹਾਂਜੀ, ਗੱਲ ਤਾਂ ਇਹੀ ਕਹਿ ਦਿੰਦੇ। ਇੱਥੇ ਅਸੀਂ ਆਪਣੇ ਇਹਨਾਂ ਨੇ ਇੱਕ ਅੰਮ੍ਰਿਤਸਰ ਦੇ ਲਾਗੇ ਜੰਡਿਆਲਾ ਗੁਰੂ ਹੈਗਾ, ਉੱਥੇ ਇੱਕ ਢਾਬਾ ਸੀਗਾ ਗੁਰਦਾਸਪੁਰੀਆ ਢਾਬਾ, ਉੱਥੋਂ ਇਹ 2 ਬੰਦੇ ਇਹਨਾਂ ਗੁਰਮੀਤ ਸਿੰਘ ਤੇ ਵਿਕਰਮ ਸਿੰਘ ਫੜੇ ਜੀ। ਜਿਹੜਾ ਗੁਰਮੀਤ ਸਿੰਘ ਉਹ ਗੰਡਾ ਸਿੰਘ ਕਲੋਨੀ ਜਿਹੜਾ ਸੁਲਤਾਨਪੁਰ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਵਾ ਜੀ, ਤੇ ਉਹਨੇ ਮੰਨਿਆ ਵੀ 3 ਸਾਲ ਪਹਿਲਾਂ ਮੈਂ ਪਾਕਿਸਤਾਨ ਵੀ ਗਿਆ ਸਾਂ। ਹੁਣ ਇਹ ਵੀ ਸੋਚਣ ਵਾਲੀ ਗੱਲ, ਪਾਕਿਸਤਾਨ ਚਲੇ ਕਿਵੇਂ ਗਿਆ, ਕਿਹੜਾ ਰਸਤਾ ਉਹਨੇ ਅਡੋਪਟ ਕੀਤਾ ਜੀ। ਉੱਥੇ ਜਾ ਕੇ ਮੈਂ ਕੁਝ ਬੰਦਿਆਂ ਨੂੰ ਮਿਲ ਕੇ ਵੀ ਆਇਆ ਤੇ ਅਸੀਂ ਆਪਣੇ ਨੌਜਵਾਨਾਂ ਨੂੰ ਇੱਕ ਅਪੀਲ ਜ਼ਰੂਰ ਕਰਾਂਗੇ, ਭਾਈ ਜੀ ਸਾਡਾ ਜਿੰਨਾ ਕੁ ਨੁਕਸਾਨ ਪਿੱਛੇ ਤੁਸੀਂ ਇਹਨਾਂ ਹੋ ਚੁੱਕਾ ਵਾ ਉਹਨੂੰ ਵੇਖੋ ਕਿੰਨਾ ਨੁਕਸਾਨ ਹੋਇਆ ਤੇ ਗਾਂ ਨੁਕਸਾਨ ਹੋਰ ਨਾ ਕਰੋ। ਅੱਛਾ ਜੀ। ਅੱਜ ਜ਼ਮਾਨਾ ਜਿਹੜਾ ਉਹ ਬੈਲਟ ਦਾ ਵਾ, ਬੁਲਟ ਦਾ ਨਹੀਂ। ਤੁਸੀਂ ਬੈਲਟ ਨਾਲ ਸਭ ਕੁਝ ਚੇਂਜ ਕਰ ਸਕਦੇ ਹੋ। ਤੁਸੀਂ ਜੇ ਨੈਲਸਨ ਮੰਡੇਲਾ ਜਿਹੜਾ ਸੀ 28 ਸਾਲ ਆਪਣੀ ਜੇਲ੍ਹ ਕੱਟ ਕੇ ਮੁੜ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾ ਲਿਆ, ਉਹ ਪਹਿਲੀ ਵੀ ਰਾਸ਼ਟਰਪਤੀ ਬਣ ਕੇ 4 ਸਾਲ में कहता मैं नहीं बनता जी छुट्टी। ਉਹ ਰਸਤਾ ਅਡੋਪਟ ਕਰੋ, ਆਹ ਰਸਤਾ ਜਿਹੜਾ ਵਾ ਇਹ ਨਾ ਅਡੋਪਟ ਕਰੋ। ਇਹ ਜਿਹੜੇ ਮੁੰਡੇ 2 ਫੜੇ ਗਏ ਇਹਨਾਂ ਦਾ ਅਸਰ ਬਾਕੀਆਂ ਤੇ ਵੀ ਪੈਣਾ ਜੀ। ਉਹਦਾ ਕਾਰਨ ਜੇ ਮਾੜੇ ਮੋਟੇ ਵਿਚਾਰੇ ਕਿੱਥੇ ਖਾਲਸ ਨਾਲ ਨਾਰਾ ਰੋਂਦੇ ਹੁਣ ਉਹ ਵੀ ਕੀ ਫੜੀ ਜਾਣੇ ਵੀ ਇਹ ਵੀ ਨੇ ਸਾਥੀ ਸੀ। ਕਿਉਂ ਬਰਬਾਦੀ ਦਾ ਕਾਰਨ ਬਣਦੇ ਹੋ ਤੁਸੀਂ ਜੀ? ਜਥੇਦਾਰ ਸਾਹਿਬ ਨੇ ਆਪਣਾ ਬਿਆਨ ਦੇ ਕੇ ਖਾਲਸਾ ਤੇ ਟਵਿਸਟ ਕਰ ਦਿੱਤਾ ਵੀ ਨਹੀਂ ਜੀ ਸਹੀ ਚਾਹੁੰਦੇ ਜੀ ਇੱਥੇ ਆਰਥਿਕ, ਰਾਜਸੀ ਤੇ ਸਮਾਜਿਕ ਤੌਰ ਤੇ ਫਿਰ ਤਰੱਕੀ ਹੋਣੀ ਚਾਹੀਦੀ ਜੀ। ਪਾਕਿਸਤਾਨ ਦੇ ਵਿੱਚ ਤੁਹਾਨੂੰ ਇੱਕ ਗੱਲ ਪਿਛਲੀ ਸਾਂਝੀ ਕਰ ਲੱਗਾ ਜੀ। 1984 ਤੋਂ ਬਾਅਦ ਜਦੋਂ ਸਾਕਾ ਨੀਲਾ ਤਾਰਾ ਹੋਇਆ ਤੇ ਸਰਕਾਰ ਨੇ ਵੁੱਡ ਰੋਡ ਦੇ ਜਿਹੜਾ ਪੇਸ਼ੇ ਸ਼ੁਰੂ ਕਰਨ ਦੀ ਗੱਲ ਕੀਤੀ ਸੀ ਵੀ ਜਿੰਨੇ ਮੁੰਡੇ ਅੰਮ੍ਰਿਤਧਾਰੀ ਉਹ ਫੜ ਕੇ ਜਾਂ ਤੇ ਮਾਰ ਮੂਰ ਦਿਓ ਜਾਂ ਜਿਹੜਾ ਡੱਕ ਦਿਓ। ਉਦੋਂ ਬਹੁਤ ਸਾਰੇ ਮੁੰਡੇ ਜਿਹੜੇ ਸੀ, ਕੋਈ ਕੈਨੇਡਾ ਚਲੇ ਗਿਆ, ਕੋਈ ਅਮਰੀਕਾ, ਜਿੱਥੋਂ ਦੀ ਪਹੁੰਚ ਹੈਗੀ ਸੀ, ਜਿਹਦੀ ਪਹੁੰਚ ਕਿਤੇ ਹੁੰਦੀ ਸੀ ਉਹ ਪਾਕਿਸਤਾਨ ਚਲਾ ਗਿਆ ਜੀ ਜੀ। ਉਹਨਾਂ ਦੀ ਅਗਵਾਈ ਕਿਹਨੇ ਕੀਤੀ ਸੀ? ਸਾਡੇ ਅਤਿੰਦਰਪਾਲ ਸਿੰਘ ਜਿਹੜੇ ਪਟਿਆਲੇ ਵਾਲੇ ਉਹ ਵੀ ਉੱਥੇ ਸੀ ਉਸ ਟਾਈਮ ਦੇ ਉੱਤੇ। ਉਹ ਨਾ ਆਪਣੀ ਗੱਲ ਚ ਆਪਣੀ ਬਾਈਟ ਚ ਮੰਨੇ ਬਗੈਰ ਤੌਰ ਤੇ ਜਦੋਂ ਉੱਥੇ ਉਹਨਾਂ ਪਾਕਿਸਤਾਨ ਚਲੇ ਗਏ ਤੇ ਲਾਹੌਰ ਦੇ ਲਾਗੇ ਇੱਕ ਕੋਠੀ 'ਚ ਰੱਖਿਆ ਗਿਆ ਇਹਨਾਂ ਨੂੰ। ਅੱਛਾ ਜੀ। ਕੋਠੀ 'ਚ ਰੱਖਣ ਤੋਂ ਬਾਅਦ ਉਹਨਾਂ ਨੇ ਉੱਥੇ ਦੇ ਅਧਿਕਾਰੀ ਸੀ, ਉਹਨਾਂ ਨਾਲ ਮੀਟਿੰਗ ਕੀਤੀ ਤੇ ਮੀਟਿੰਗ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਇੰਨੀ ਗੱਲ ਕਹੀ ਵੀ ਸਾਨੂੰ ਸਾਡੀ ਜਿਹੜੀ ਇੱਕ ਮੀਟਿੰਗ ਕਰਾ ਦਿਓ ਜਿੰਨੇ ਤੁਹਾਡੇ ਐਮਬੈਸਡਰ ਉੱਥੇ ਹੈਗੇ। ਅੱਛਾ ਜੀ। ਜਿੰਨੇ ਹਾਈ ਕਮਿਸ਼ਨ ਮੀਟਿੰਗ ਕਰਾ ਦਿਓ ਉਹਨਾਂ ਨੇ ਤਾਂ ਕਿ ਅਸੀਂ ਆਪਣਾ ਪੱਖ ਰੱਖੀਏ ਵੀ ਚਾਹੁੰਦੇ ਕੀ ਅਸੀਂ ਤੇ ਵਰਲਡ ਲੈਵਲ ਤੇ ਇਹ ਜਿਹੜੀ ਜਾਣਕਾਰੀ ਮਿਲ ਸਕੇ ਜੀ। ਪਾਕਿਸਤਾਨ ਨੇ ਕਹਿਤਾ ਇਹ ਨਹੀਂ ਹੋ ਸਕਦਾ। ਕਹਿੰਦਾ ਚਲੋ ਠੀਕ ਹੈ। ਕਹਿੰਦੇ ਫਿਰ ਸਾਨੂੰ ਰਿਫਿਊਜੀ ਦਾ ਜਨਤਾ ਦੇ ਦਿਓ ਪਾਕਿਸਤਾਨ ਦੇ ਵਿੱਚ, ਜੇ ਅਸੀਂ ਰਿਫਿਊਜੀ ਬਣ ਜਾਗੇ ਅਸੀਂ ਇੰਡੀਪੈਂਡੈਂਟ ਰਹਿ ਸਕਾਂਗੇ, ਸਾਨੂੰ ਕੋਈ ਖਤਰਾ ਨਹੀਂ। ਵਰਲਡ ਲੈਵਲ ਤੇ ਗੱਲ ਜਾਊ ਗੱਲ ਵੀ ਸਿੱਖ ਰਿਫਿਊਜੀ ਉੱਥੇ ਪਾਕਿਸਤਾਨ ਤੇ ਹੈਗੇ ਨੇ ਜੀ। ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਤੀਜੀ ਗੱਲ ਉਹਨਾਂ ਨੇ ਕਿਹਾ ਚਲੋ ਇਹ ਵੀ ਨਾ ਕਰੋ, ਤੁਸੀਂ ਇੱਕ ਸਾਨੂੰ ਇੱਥੇ ਜਗ੍ਹਾ ਦੇ ਦਿਓ, ਜਗ੍ਹਾ ਦੇ ਕੇ ਸਾਨੂੰ ਇੱਕ ਜਗ੍ਹਾ ਦੇ ਦਿਓ ਉੱਥੇ ਅਸੀਂ ਆਪਣਾ ਖਾਲਸਾ ਦਫ਼ਤਰ ਵਾਲੀਏ ਤੇ ਇੱਥੋਂ ਆਪਰੇਟ ਕਰ ਸਕੀਏ। ਅੱਛਾ ਜੀ। ਉਹਨਾਂ ਕਿਹਾ ਜੀ ਇਹ ਵੀ ਨਹੀਂ ਹੋ ਸਕਦਾ। ਓਕੇ। ਤੇ ਫਿਰ ਜਵਾਬ ਕੀ ਸੀ ਸਾਡੇ ਮੁੰਡੇ ਨੇ? ਕਹਿੰਦੇ ਜਿਹੜੀਆਂ 45,000 ਰੁਪਏ ਲੈ ਕੇ 60 ਦੇ ਦਿਓ ਨਾ ਇੱਕ, ਸਾਨੂੰ ਲੋੜ ਪੈਂਦਾ ਸਾਨੂੰ ਇੰਡੀਆ 'ਚ ਮਿਲ ਸਕੇਗੀ। ਅਸੀਂ ਤੁਹਾਡੇ ਕੋਲ ਕੀ ਲੈਣਾ ਫਿਰ? ਜੀ ਜੀ। ਮਤਲਬ ਪਾਕਿਸਤਾਨ ਦੀ ਨੀਅਤ ਇਹ ਰਹੀ ਹੈ ਤੇ ਇਹਨਾਂ ਮੁੰਡਿਆਂ ਨੂੰ ਚਾਹੀਦਾ ਵੀ ਇਹੋ ਜਿਹੀ ਗਲਤ ਹੱਥ ਚੜ ਕੇ ਨਾ ਗੱਲ ਕਰ, ਨਾ ਗੱਲ ਕਰਕੇ ਜਿਹੜਾ ਆਪਣੀ ਬਰਬਾਦੀ ਨਾ ਕਰ ਤੇ ਕਈ ਨਜਾਇਜ਼ ਨਾ ਫਸਾਉਣ। ਕਈ ਨਜਾਇਜ਼ ਹੀ ਫਸਣੇ, ਤੂੰ ਫਲਾਣੇ ਘਰ ਗਿਆ, ਤੂੰ ਫਲਾਣੇ ਦੋਸਤ, ਤੂੰ ਫਲਾਣੇ ਪੜ੍ਹਦਾ ਰਿਹਾ, ਫਿਰ ਮੁੜ ਕੇ ਉਹੀ ਕੁਝ ਦੇਖਣ ਲੱਗਦੇ ਤੂੰ ਛਿੱਕ ਕਿੱਥੇ ਮਾਰੀ ਸੀ। ਬਿਲਕੁਲ। ਇਸ ਕਰਕੇ ਲੋੜ ਇਸ ਵੇਲੇ ਬਚਣ ਦੀ ਹੈ ਜੀ, ਜਿੰਨਾ ਬਚੋਗੇ ਉਹਨਾਂ ਚੰਗੀ ਗੱਲ ਆ। ਇਸ ਵੇਲੇ ਸਾਡੇ ਦੇਸ਼ ਦੀ ਗੱਲ ਕਰ ਲਈਏ, ਤੁਹਾਨੂੰ ਪਤਾ ਹੋਏਗਾ ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀ ਪੰਜਾਬ ਦੇ ਜੀ, ਉਸ ਟਾਈਮ ਤੇ ਮੁੰਡਿਆਂ ਦੀ ਬੜੀ ਮੂਵਮੈਂਟ ਸੀ। ਇਹਨਾਂ ਕਹਿੰਦੇ ਸ਼ਹੀਦੀਆਂ ਦੇ ਦਿਆਂਗੇ, ਅਸੀਂ ਕੁਰਬਾਨੀਆਂ ਦੇ ਦਿਆਂਗੇ। ਉਹਨਾਂ ਨੇ ਇੱਕ ਗੱਲ ਕਹੀ ਸੀ, ਅੱਜ ਨਾ ਕੁਰਬਾਨੀਆਂ ਦੇਣ ਦੀ ਲੋੜ ਆ ਨਾ ਸ਼ਹੀਦੀਆਂ ਦੇਣ ਦੀ ਲੋੜ ਆ, ਦੇਸ਼ ਦੇ ਵਿਕਾਸ ਨੂੰ ਵਿਕਾਸ ਕਰਨ ਵਾਸਤੇ ਮਿਹਨਤ ਦੀ ਲੋੜ ਆ। ਜੀ ਜੀ ਜੀ। ਅੱਜ ਸਾਡੀ ਕੌਮ ਨੂੰ ਸਿਆਣਪ ਵਰਤਣ ਦੀ ਲੋੜ ਆ, ਨਾ ਕਿ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਉਹਦੇ ਪਾਸੇ ਨਹੀਂ ਜਾਣਾ ਚਾਹੀਦਾ। ਜੇ ਕਿਸੇ ਜਿਨ੍ਹਾਂ ਲੋਕਾਂ ਨੇ ਉਸ ਟਾਈਮ ਦੇ ਕੁੱਟ ਖਾਧੀ ਮੁੰਡਿਆਂ ਨੇ ਨਾ, ਜਿਹੜੇ ਅੱਜ ਕੱਲ੍ਹ 50 ਸਾਲ ਦੇ, 60 ਸਾਲ ਦੇ ਜਾਂ 40 ਸਾਲ ਦੇ, ਪੁੱਛ ਕੇ ਵੇਖੋ ਤੁਸੀਂ ਲੋਕ। ਹਾਂਜੀ ਹਾਂਜੀ। ਉਹ ਮੂੰਹ ਨਹੀਂ ਕਰਦੇ ਉਸ ਪਾਸੇ। ਬਿਲਕੁਲ। ਬੰਦੇ ਜਿਹੜੀ ਉਹ ਬੰਦੇ ਟੰਗ ਕੇ ਰੋਟੀ ਖਾਣ ਚਲੇ ਗਏ, ਉਹ ਬੰਦੇ ਉੱਥੇ ਮਰ ਗਏ।
ਕਿਹੜਾ ਲਿਹਾਜ਼ ਕੀਤਾ ਇਹਨਾਂ ਨੇ। ਇਸ ਕਰਕੇ ਇਹ ਅਸੀਂ ਆਪਣੀ ਅਪੀਲ ਕਰਦੇ ਨੌਜਵਾਨਾਂ ਨੂੰ ਵੀ ਇਹੋ ਜਿਹੇ ਕੰਮਾਂ 'ਚ ਨਾ ਪਾਓ। ਚੰਗਿਆਈ ਇਹ ਆ ਵੀ ਅੱਜ ਮਿਹਨਤ ਦਾ ਜ਼ਮਾਨਾ ਵਾ। ਅੱਜ ਅਸੀਂ ਆਪਣੀ ਮਿਹਨਤ ਕਰਕੇ ਅਸੀਂ ਆਪਣੇ ਨੂੰ ਇੱਕ ਮਿਸ਼ਨ ਲਈਏ। ਸਾਡੀ ਹੁਣ ਵੇਖੋ ਮੁੰਡਾ ਇੱਕ ਜਿਹੜਾ ਹੈਗਾ ਮੇਰੇ ਖਿਆਲ ਸ਼ਾਇਦ ਮਾਨਸਾ ਕਿੱਥੋਂ ਦਾ, ਉਹ ਪਿੰਡ ਦੀ ਪੜ੍ਹਾਈ ਕਰਕੇ ਲੈਫਟੀਨੈਂਟ ਬਣ ਗਿਆ ਉੱਥੇ। ਹਾਂ ਦੱਸੋ। ਹਾਂ, ਇੱਕ ਕੁੜੀ ਜਿਹੜੀ ਸਰਕਾਰੀ ਸਕੂਲ 'ਚ ਪੜ੍ਹ ਕੇ IAS ਬਣ ਗਈ ਹੈ ਜੀ। ਸਾਨੂੰ ਇਹ ਬਣਨ ਦੀ ਲੋੜ ਆ। ਜੇ ਇਹ ਬਣੇ ਹੋਵਾਂਗੇ ਤਾਂ ਅਸੀਂ ਆਪਣੀ ਕੌਮ ਦੀ ਵੀ ਸੇਵਾ ਕਰਾਂਗੇ, ਆਪਣੀ ਦੇਸ਼ ਦੀ ਵੀ ਸੇਵਾ ਕਰਾਂਗੇ। ਇਸ ਪਾਸੇ ਲੱਗੀ ਤੇ ਚੰਗੀ ਗੱਲ ਆ। DGP ਸਾਹਿਬ ਨੇ ਕਿਹਾ ਵੀ ਇਹਨਾਂ ਦੀ ਅਸੀਂ ਪੁੱਛ ਪੜਤਾਲ ਕਰ ਰਹੇ ਹਾਂ। ਕੱਲ ਫੜਿਆ ਸੀ, ਅੱਜ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਹੈ ਜੀ। ਕਸ ਕਰਕੇ ਤੇ ਉਹਨਾਂ ਦੱਸਿਆ ਵੀ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ। ਅਗਲੀ ਕਰੀ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਉਹਦੇ 'ਚ ਕੌਣ ਫਸਦਾ ਵਾ ਜੀ, ਇਹ ਹੁਣ ਵੇਖੋ ਕੀ ਰਿਜ਼ਲਟ ਆਉਂਦਾ ਵਾ ਜੀ। ਚਲੋ ਹੁਣ ਚੱਲਦੇ ਆਪਾਂ ਸਮੇਰ ਸਿੰਘ ਸੈਣੀ ਤੇ ਜੀ। ਸਮੇਰ ਸਿੰਘ ਸੈਣੀ ਨੇ ਇੱਕ ਬੇਲ ਅਪਲਾਈ ਕੀਤੀ ਸੀ ਵੀ ਮੈਨੂੰ ਖਦਸ਼ਾ ਜੀ ਇਹ ਮੈਨੂੰ 302 ਧਾਰਾ ਲਾ ਕੇ ਮੈਨੂੰ ਗ੍ਰਿਫਤਾਰ ਕਰਨਗੇ। ਅੱਛਾ ਜੀ। ਉਹਨੇ ਇੱਕ ਮਨੀਸ਼ਾ ਗੋਇਲ ਸੀ, ਉਹਦੀ ਅਦਾਲਤ ਦੇ ਵਿੱਚ ਜਿਹੜਾ ਸੀ ਉਹ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਬੇਲ ਦਿੱਤੀ ਹੈ। ਪਹਿਲੀ ਬੇਲ ਮਿਲੀ ਸੀ ਉਹਨੂੰ ਜਿਹੜੀ ਸੀ ਜਿਹੜੀ ਉਹ ਆਪਣੀ ਅਗਵਾ ਦੇ ਕੇਸ ਦੇ ਵਿੱਚ ਜੀ ਜੀ। ਹੁਣ ਇਹਨੇ ਐਪਲੀਕੇਸ਼ਨ ਦਿੱਤੀ ਤੇ ਇਹਨੂੰ ਉਹਨੇ ਬੇਲ ਦੇ ਦਿੱਤੀ, ਅੰਤਰਿਮ ਬੇਲ ਦਿੱਤੀ, ਇੰਟਰਮ ਬੇਲ ਦਿੱਤੀ ਵੀ ਹਾਂ ਤੁਹਾਨੂੰ ਬੇਲ ਦਿੱਤੀ ਜਾਂਦੀ ਹੈ ਜੀ। ਉਹਨੂੰ ਚੈਲੰਜ ਕੀਤਾ ਸੀ ਪਲਵਿੰਦਰ ਸਿੰਘ ਮਲਤਾਨੀ ਨੇ ਵੀ ਇਹ ਗਲਤ ਕਰ ਰਿਹਾ। ਸਰਕਾਰੀ ਵਕੀਲ ਨੇ ਜਾ ਕੇ ਕਹਿਤਾ ਅਸੀਂ 302 ਕੋਈ ਲਾਈ ਨਹੀਂ ਜੀ, ਇਹਦੀ ਬੇਲ ਜਿਹੜੀ ਆ ਉਹ ਤੁਸੀਂ ਜਿਹੜੀ ਦਿੱਤੀ ਆ ਉਹ ਰੱਦ ਕੀਤੀ ਜਾਵੇ। ਉਹ ਕਹਿੰਦੇ ਦਿੱਤੀ ਤੁਸੀਂ। ਲੇਕਿਨ ਅੱਜ ਉਸੇ ਮਨੀਸ਼ਾ ਗੋਇਲ ਨੇ ਉਹਦੀ 25 ਤਰੀਕ ਬਾਤੀ ਆ ਵੀ ਇਹਦੀ 25 ਕੱਲ ਕੀ ਸੁਣਾਈ ਉਹਨੇ, ਇਹਦੀ 25 ਤਰੀਕ ਨੂੰ ਸੁਣਵਾਈ ਹੋਏਗੀ। ਤੇ ਇੱਕ ਦੂਜੇ ਪਾਸੇ ਸੈਸ਼ਨ ਕੋਰਟ ਜੱਜ ਕੋਲ ਵੀ ਅੱਗੇ 23 ਤਰੀਕ ਨੂੰ ਸੁਣਵਾਈ ਵਾਲੀ ਜੀ। ਤੇ ਮੇਰਾ ਖਿਆਲ ਹੋਣਾ ਕੁਛ ਨਹੀਂ ਆ। ਕਾਲਾ ਵਾਲੇ ਦੇ ਚੱਲਦੇ ਜਾਂਦੇ ਵੀ ਸੈਣੀ ਦੇ ਹੱਥ ਬੜੇ ਲੰਮੇ ਆ, ਉਹਨੂੰ ਉਹਦੇ ਤੱਕ ਪਹੁੰਚਣਾ ਬੜਾ ਮੁਸ਼ਕਲ ਆ। ਇਹ ਖੱਜਲ ਖਵਾਰੀ ਹੋਏਗੀ, ਖੱਜਲ ਖਵਾਰੀ ਹੋ ਹਾ ਕੇ ਮੁੜ ਕੇ ਮਾਮਲਾ ਇਦਾਂ ਠੱਪੇ ਜਾ ਕੇ ਲੱਗਦਾ ਨਹੀਂ ਕੁਛ ਬਣਿਆ ਜੀ। ਦੱਸੋ ਜੀ। ਦੇਖੋ ਜੀ ਗੱਲ ਤਾਂ ਉਹੀ ਹੋ ਗਿਆ ਡਾਢੇ ਦਾ ਸੱਤੀ ਵੀ। ਸੋ ਸਾਰੇ ਟਰੱਕਰ ਵੀਰ ਇੱਕ ਨੰਬਰ ਨੋਟ ਕਰ ਲਓ ਜੀ, 204 459 2000 204 459 2000। ਇਹ ਬਲਤੇਜ ਸਿੰਘ ਪਨੇਸਰ ਹੋਰਾਂ ਦਾ ਨੰਬਰ ਹੈ ਜੀ। ਟਰੱਕ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ, ਯੂਨਿਟ 3 ਐਂਡ 4 200 ਟਰਾਂਸਪੋਰਟ ਰੋਡ, ਸਪਰਿੰਗਫੀਲਡ ਵਿਨੀਪੈਗ ਦੇ ਵਿੱਚ। ਇੱਥੇ ਤੁਹਾਡੇ ਟਰੱਕਾਂ ਦਾ ਹਰ ਕਿਸਮ ਦਾ ਕੰਮ ਕੀਤਾ ਜਾਂਦਾ ਜੀ। ਤੁਸੀਂ ਆਪਣਾ ਆਇਲ ਚੇਂਜ ਕਰਾ ਸਕਦੇ ਹੋ, ਤੁਸੀਂ ਇੱਥੇ ਆਪਣਾ ਟਰਾਂਸਮਿਸ਼ਨ ਦਾ ਕੰਮ ਕਰਾ ਸਕਦੇ ਹੋ, ਵਿੰਡ ਸਕਰੀਨ ਚੇਂਜ ਕਰਾ ਸਕਦੇ ਹੋ। ਕਹਿਣ ਤੋਂ ਭਾਵ ਵੀ ਹਰ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਇੱਥੇ ਤੁਹਾਨੂੰ ਕਰਾਇਆ ਜਾਏਗਾ ਟਰੱਕ ਦਾ। ਸੋ ਇੱਕ ਵਾਰੀ ਸੰਪਰਕ ਕਰ ਲਓ। ਬਾਕੀ ਆਪ ਪਤਾ ਕਰ ਲਓ ਜੀ ਉਹਨਾਂ ਨੂੰ ਕਾਲ ਕਰਕੇ ਵੀ ਰੇਡੀਓ ਪੰਜਾਬ ਟੂਡੇ ਤੇ ਅੱਜ ਨਾਂ ਬੋਲਿਆ ਸੀ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਸਪਰਿੰਗਫੀਲਡ ਵਿਨੀਪੈਗ ਵਾਲਿਆਂ ਦਾ 204 777 0460 ਦੋ ਨੰਬਰ ਹੈ ਜੀ ਇਹਨਾਂ ਦੇ, 204 777 0460 ਤੇ 204 459 2000 ਪੂਰਾ 204 459 2000। ਤੇ ਪੱਟੀ ਸਾਹਿਬ ਅਗਲੀ ਖਬਰ ਦੇ ਉੱਤੇ ਆਪਾਂ ਨਜ਼ਰ ਮਾਰੀਏ ਤਾਂ ਗੱਲ ਜਿਹੜੀ ਹੈ ਉਹ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਵਿਰਾਸਤੀ ਯਾਦਗਾਰਾਂ ਨੇ ਉਹਨਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਜਿਹੜਾ ਕੋਈ ਸਿਲਸਿਲਾ ਸ਼ੁਰੂ ਹੋਇਆ ਜੀ। ਕਿੰਨੀ ਕੁ ਸੱਚਾਈ ਹੈ ਇਸ 'ਚ? ਵੇਖੋ ਜੀ ਅੱਜ ਦੀਆਂ ਅਖਬਾਰਾਂ 'ਚ ਖਬਰਾਂ ਵੀ ਛਪੀਆਂ ਤੇ ਅਕਾਲੀ ਦਲ ਨੇ ਤੇ ਆਮ ਆਦਮੀ ਪਾਰਟੀ ਨੇ ਠੋਕ ਕੇ ਵਿਰੋਧ ਕੀਤਾ ਜੀ। ਜੇ ਵਿਰੋਧ ਵੀ ਹੈ ਤੇ ਖਬਰਾਂ ਛਪੀਆਂ, ਕਿਤੇ ਨਾ ਕਿਤੇ ਗੱਲ ਸੱਚੀ ਹੋ ਸਕਦੀ ਹੈ ਜੀ। ਲੇਕਿਨ ਸਾਡੀਆਂ 3 ਯਾਦਗਾਰਾਂ ਜਿਹੜੀਆਂ ਅਕਾਲੀ ਸਰਕਾਰ ਵੇਲੇ ਬਣੀਆਂ ਗਈਆਂ ਸੀਗੀਆਂ, ਇੱਕ ਸੀ ਘੱਲੂਘਾਰਾ ਛੋਟਾ ਤੇ ਵੱਡਾ, ਕਾਹਨੂੰਵਾਨ ਤੇ ਕੁੱਭ ਹੀਰਾ, ਤੇ ਦੂਜੀ ਸੀ ਇੱਕ ਯਾਦਗਾਰ ਬਣਾਈ ਸੀ ਚੱਪੜ ਚਿੜੀ ਦੀ। ਅੱਛਾ ਜੀ। ਚੱਪੜ ਚਿੜੀ ਦਾ ਦੇਸੀ ਨਾਂ ਇਹਦਾ ਨਾਂ ਛੱਪੜ ਚਿੜੀ ਹੋਇਆ। ਅੱਛਾ, ਛੱਪੜ ਚਿੜੀ। ਆ ਚਿੜੀਆਂ ਉਦੋਂ ਕਹਿੰਦੇ ਸੀ। ਹਾਂਜੀ, ਚਿੜੀ ਉਹ ਹੁੰਦੀ ਆ ਜੀ ਜਿਹਦੇ ਵਿੱਚ ਇੱਕ ਛੱਪੜ ਦੇ ਅੰਦਰ ਬਣਿਆ ਹੋਇਆ ਤੇ ਘੇਰੇ ਘੇਰੇ ਦਰਖਤ ਇੱਕ ਚ ਫਸੇ ਹੋਣ ਪੂਰੇ ਬੁਰੀ ਤਰ੍ਹਾਂ। ਬਿਲਕੁਲ ਚਿੜੀ ਕਹਿੰਦੇ, ਸਾਡੇ ਤਾਂ ਚਿੜੀ ਕਹਿ ਦਿੰਦੇ ਉਹਨੂੰ। ਹਾਂਜੀ, ਉਹ ਛੱਪੜ ਚਿੜੀ ਸੀ ਤੇ ਉਹ ਵਿਗੜਦਾ ਮੁੜ ਕੇ ਚੱਪੜ ਚਿੜੀ ਬਣ ਗਿਆ। ਹਾਂਜੀ, ਬੋਲੀ ਉਧਰ ਥੋੜੀ ਜਿਹੀ ਇਹੋ ਆ ਨਾ ਜਿਵੇਂ ਖਰੜ, ਆਪਾਂ ਅਸਲ ਚ ਖਰੜ ਆ ਕਹਿ ਦਿੰਦੇ, ਉਹ ਖੈੜ ਕਹਿੰਦੇ ਨੇ। ਖੈੜ ਕਹਿੰਦੇ, ਠੀਕ ਹੈ, ਪੈਂਦਾ ਜੀ ਇਲਾਕੇ ਦੀ ਬੋਲੀ ਦਾ ਜੀ। ਹੁਣ ਇਹਦੇ ਵਿੱਚ ਕੀ ਹੋਇਆ ਜੀ, ਇਹ ਜਿਹੜੀ ਚੱਪੜ ਚਿੜੀ ਤੇ ਇਹ ਜਿਹੜੀਆਂ 3 ਵਿਰਾਸਤਾਂ ਵਾ, ਇਹਦੇ ਬਾਰੇ ਸਰਕਾਰ ਨੇ ਫੈਸਲਾ ਕਰਨਾ ਵੀ ਸਾਡੇ ਕੋਲ ਫੰਡ ਨਹੀਂ, ਅਸੀਂ ਇਹਨਾਂ ਨੂੰ ਪ੍ਰਾਈਵੇਟ ਕੰਪਨੀ ਨੂੰ ਦੇ ਦਿਆਂਗੇ ਜੀ। ਇਹਦਾ ਮਤਲਬ ਵੀ ਇੰਨੇ ਪੈਸੇ ਕਰੋੜਾਂ ਰੁਪਏ ਖਰਚ ਕਰਕੇ ਸਰਕਾਰ ਇੱਕ ਸਰਕਾਰੀ ਜਾਇਦਾਦ, ਇੱਕ ਜਨਤਕ ਜਾਇਦਾਦ ਪ੍ਰਾਈਵੇਟ ਦੇਣ ਜਾ ਰਹੀ ਹੈ। ਦੱਸੋ
ਇਹਦੇ 'ਚ ਕੀ ਕਾਲਾ ਮਾਲਾ ਦਾ ਪਹਿਲਾਂ ਇਹ ਸਾਹਮਣੇ ਆਉਣਾ ਚਾਹੀਦਾ ਜੀ। ਸੇ ਇਹ ਸਾਡੀਆਂ ਵਿਰਾਸਤਾਂ ਨੇ, ਸਾਡੇ ਬੱਚਿਆਂ ਦੀ ਪ੍ਰੇਰਨਾ ਸਰੋਤ ਨੇ ਜੀ। ਜੇ ਅਸੀਂ ਆਪਣੇ ਇਤਿਹਾਸ ਨੂੰ ਨਹੀਂ ਵੇਖਾਂਗੇ, ਇਤਿਹਾਸ ਨੂੰ ਨਹੀਂ ਘੋਖਾਂਗੇ, ਸਾਡੇ ਬੱਚਿਆਂ ਨੂੰ ਕੀ ਪਤਾ ਲੱਗੂ ਸਾਡੇ ਬਜ਼ੁਰਗਾਂ ਨੇ ਕਿਹੜੇ ਕਿਹੜੇ ਕਾਰਨਾਮੇ ਕੀਤੇ ਜੀ। ਚੱਪੜਚੀ ਦਾ ਉਹ ਸਥਾਨ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦਾ ਧੌਣ ਲਾਈ ਸੀ ਉੱਥੇ। ਬਿਲਕੁਲ ਜੀ, ਬਿਲਕੁਲ। ਜਿੱਥੇ ਬਦਲਾ ਲਿਆ ਸੀ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਨੇ। ਜੀ ਜੀ। ਤੇ ਬਾਬਾ ਬੰਦਾ ਸਿੰਘ ਬਹਾਦਰ ਅਜਿਹਾ ਪਹਿਲਾ ਪਟਵਾਰੀ ਲੈ ਲਓ, ਤਹਿਸੀਲਦਾਰ ਲੈ ਲਓ, ਜੋ ਮਰਜ਼ੀ ਲੈ ਲਓ, ਉਹਨੇ ਕਹਿਤਾ ਵੀ ਜਿਹੜੀ ਜ਼ਮੀਨ ਵਾਹੁੰਦਾ ਉਹਦਾ ਮਾਲਕ ਉਹ ਆ ਜੀ। ਅੱਜ ਵੀ ਕਿਸਾਨ ਜਥੇਬੰਦੀਆਂ ਜਦੋਂ ਦਾ ਜਨਮ ਦਿਹਾੜਾ ਹੁੰਦਾ, ਸ਼ਹੀਦੀ ਦਿਹਾੜਾ ਹੁੰਦਾ, ਉਹ ਆਪਣੇ ਪੱਧਰ ਤੇ ਮਨਾਉਂਦੀਆਂ ਨੇ ਜੀ ਵੀ ਸਾਨੂੰ ਇਹਨਾਂ ਨੇ ਜਿਹੜੇ ਸੀ ਉਹ ਸਾਨੂੰ ਇਹਨਾਂ ਮਾਲਕ ਬਣਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ। ਕਿੱਡੀ ਵੱਡੀ ਬਾਬੇ ਬੰਦਾ ਸਿੰਘ ਬਹਾਦਰ ਨੇ ਉਸ ਟਾਈਮ ਤੇ ਇੱਕ ਫੈਸਲਾ ਲਿਆ ਵੀ ਨਹੀਂ, ਇਹ ਮਾਲਕ ਇਹ ਨੇ, ਇਹ ਜ਼ਗੀਰਦਾਰ ਨਹੀਂ ਜਿਹੜੇ ਲੁੱਟਦੇ ਇਹਨਾਂ ਨੂੰ, ਜੇ ਕਮਾਈ ਉਹ ਕਰਦੇ ਤੇ ਲੁੱਟ ਕੇ ਲੈ ਜਾਂਦੇ। ਅੱਜ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਯਾਦਗਾਰ ਬਣਾਈ ਗਈ ਹੈ, ਚੱਪੜ ਚਿੜੀ ਵੇਖੇ, ਇੱਕ ਇਤਿਹਾਸਕ ਯਾਦਗਾਰ। ਜੀ ਜੀ। ਸਰਕਾਰ ਨੂੰ ਚਾਹੀਦਾ ਉਹਦੇ ਵਾਸਤੇ ਵੱਖਰੇ ਸਪੈਸ਼ਲ ਫੰਡ ਰੱਖੇ। ਹਾਂਜੀ। ਉਹਦੀ ਰੈਨੋਵੇਸ਼ਨ ਵਾਸਤੇ ਵੀ ਰੱਖੇ, ਉਹਦੀ ਰਿਪੇਅਰ ਵਾਸਤੇ ਵੀ, ਸਭ ਕੁਝ ਕਰੇ ਉਹਦਾ। ਤੇ ਜੇ ਤੁਸੀਂ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ, ਉਹ ਉੱਥੇ ਟਿਕਟ ਹੀ ਮੋਟੀ ਸਾਰੀ ਲਾਉਣਗੇ ਵੇਖਣ ਵਾਸਤੇ, ਟਿਕਟ ਤਾਂ ਲਾਉਣਗੇ ਨਾਲ ਕਮਾਈ ਉਹ ਕਰਨਗੇ। ਤੇ ਸਰਕਾਰ ਜਿਹੜੀ ਹੈ ਇੱਕ ਮੈਨੇਜਮੈਂਟ ਕਮੇਟੀ ਬਣ ਕੇ ਰਹਿ ਜੂ। ਪੱਖੇ ਬਿਜਲੀ ਬਿੱਲ ਸਰਕਾਰ ਦੇ। ਇਸ ਕਰਕੇ ਸਰਕਾਰ ਨੇ ਕੈਪਟਨ ਬਾਦਲ ਸਾਹਿਬ ਨੇ ਚੰਗਾ ਕੀਤਾ, 3 ਚੀਜ਼ਾਂ ਬਣਾਈਆਂ ਇਹਨਾਂ ਨੇ। ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਦਾ ਇਤਿਹਾਸ ਸਾਡਾ ਕਿੰਨਾ ਜਿਹੜਾ ਵਾ ਉਹ ਮੇਰੇ ਖਿਆਲ ਜਦੋਂ ਕੋਈ ਬੰਦਾ ਪੜ੍ਹਦਾ ਵਾ, ਕੋਈ ਬੰਦਾ ਇਹੋ ਜਿਹੀ ਜਿਹਦੀ ਅੱਖਾਂ 'ਚ ਅਥਰੂ ਨਹੀਂ ਗਿਰਦੇ। 60,000 ਗਿਣਤੀ ਹੋਵੇ ਤੇ ਵਿੱਚੋਂ 30,000 ਸ਼ਹੀਦ ਹੋ ਜਾਣ ਤੇ 30,000 ਜੱਸਾ ਸਿੰਘ ਆਹਲੂਵਾਲੀਆ ਤੇ ਸਾਡੇ ਜਿਹੜੇ ਹੈਗੇ ਸੀ ਆਪਣੇ ਜੱਸਾ ਸਿੰਘ ਰਾਮਗੜੀਆ, ਕੁਲਮਾਵ ਕਪੂਰ ਸਿੰਘ, ਉਹਨਾਂ ਫਿਰ ਦਿਲ ਨਹੀਂ ਛੱਡਿਆ। ਮੇਰੇ ਖਿਆਲ 40 ਫੱਟ ਸੀ ਜੱਸਾ ਸਿੰਘ ਆਹਲੂਵਾਲੀ ਦੇ ਸਰੀਰ ਦੇ ਉੱਤੇ, ਇੱਕ ਬੰਦਾ ਉਹ ਫਿਰ ਸਰਵਾਈਵ ਕੀਤਾ ਤੇ 6 ਮਹੀਨੇ ਜਾ ਕੇ ਬਾਅਦ ਫਿਰ ਜਾ ਕੇ ਅਬਦਾਲੀ ਨੂੰ ਘੇਰ ਲਿਆ ਤੇ ਉਹਨੂੰ ਘਰ ਛੱਡ ਕੇ ਆਏ ਸੀ ਜੀ। ਇਹ ਸੀ ਸਾਡਾ ਇਤਿਹਾਸ। ਇਹਦਾ ਮਤਲਬ ਸਾਡੀਆਂ ਸਰਕਾਰਾਂ ਹੁਣ ਕਹਿੰਦੀਆਂ ਵੀ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਸਾਡੇ ਇਤਿਹਾਸ ਤੋਂ ਵਾਕਫ ਬਣਾਓ। ਇਤਿਹਾਸ ਛੱਡੋ ਜੀ, ਉਹ ਤਾਂ ਕਹਿੰਦੇ ਪੜ੍ਹਾਈ ਤੋਂ ਵੀ ਨਾ ਸਭ ਪ੍ਰਾਈਵੇਟ ਦੇ ਦਿਓ। ਜੇਕਰ ਮੰਡੀਆਂ ਦੇ ਦਿੱਤੀਆਂ ਪ੍ਰਾਈਵੇਟ ਲੋਕਾਂ ਨੂੰ, ਇਹ ਤਾਂ ਫੇਰ ਵੀ ਮਿਊਜ਼ੀਅਮ ਨੇ, ਸਾਡੇ ਇਤਿਹਾਸ ਨੇ। ਹਾਂਜੀ। ਇਤਿਹਾਸ ਛੱਡੋ, ਪਤਾ ਨਹੀਂ ਫਿਰ ਉਹ ਕੀ ਪੜਾਉਣਗੇ, ਕੀ ਕਰਨਗੇ। ਨਹੀਂ ਫਿਰ ਸਰਕਾਰਾਂ ਕਾਹਦੇ ਵਾਸਤੇ ਨੇ ਜੀ? ਸਰਕਾਰਾਂ ਦਾ ਮਤਲਬ ਕੀ ਹੁੰਦਾ ਜੀ? ਸਰਕਾਰਾਂ ਦਾ ਮਤਲਬ ਇਹ ਹੁੰਦਾ ਆਪਣੀਆਂ ਵਿਰਾਸਤਾਂ ਨੂੰ ਕਾਇਮ ਰੱਖੋ, ਲੋਕਾਂ ਨੂੰ ਜਾਣਕਾਰੀ ਦਿਓ ਵੀ ਹੋਇਆ ਸਾਡੇ ਇਤਿਹਾਸ ਕੀ ਆ, ਸਾਨੂੰ ਗਾਂਹ ਕੀ ਕਰਨਾ ਸੀ, ਵਿਕਾਸ ਕਿਵੇਂ ਕਰਨਾ। ਤਾਂ ਤੁਸੀਂ ਮੈਨੇਜਮੈਂਟ ਕਮੇਟੀ ਬਣ ਗਏ। ਬਿਲਕੁਲ ਉਹੀ ਹਾਲ ਸਾਡਾ ਸੈਂਟਰ ਸਰਕਾਰ ਦਾ, ਉਹ ਸਭ ਕੁਝ ਪ੍ਰਾਈਵੇਟ ਦੇਈ ਜਾਂਦੀ, ਮੈਨੇਜਮੈਂਟ ਕਮੇਟੀ ਬਣ ਜੂ। ਕੱਲ ਨੂੰ ਤੇ ਉਹ ਈਸਟ ਇੰਡੀਆ ਕੰਪਨੀ ਆਪਣੇ ਆਪ ਸੇ ਆ ਜੂਗੀ। ਤਾਂ ਲੋਕ ਤਾਂ ਹੁਣ ਤਾਂ ਈਸਟ ਇੰਡੀਆ ਹੀ ਹੈ ਜੀ। ਗੱਲਾਂ ਤਾਂ ਈਸਟ ਇੰਡੀਆ ਕੰਪਨੀ ਨੇ ਪਹਿਲਾਂ ਸੀਗੀ ਕੰਪਨੀ ਤੇ ਬਣ ਕੇ ਰਾਜੇ ਮੁੜ ਕੇ ਆ ਕੇ। ਜਿਹੜੀ ਗੱਲ ਤੁਸੀਂ ਦੂਜੀ ਕੀਤੀ ਹੈ ਜੀ, ਇਹ ਆਪਾਂ ਨਾਲ ਚੱਲ ਜੂਗੀ। ਜਿਹੜੀ ਦੂਜੀ ਗੱਲ ਕੀਤੀ ਤੁਸੀਂ ਵੀ, ਜਿਹੜਾ ਉਹ ਜਿਹੜੀ ਮੰਡੀਆਂ ਦੀ ਫ੍ਰੀ ਕਰਨ ਦੀ ਗੱਲ ਕੀਤੀ ਹੈ, ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਤੇ ਹਰਿਆਣੇ ਦੇ ਤੇ ਯੂਪੀ ਦੇ, ਸਾਊਥ ਯੂਪੀ ਦਾ ਹੋਏਗਾ ਜੀ। ਜਿਹੜਾ ਜਿੱਥੋਂ ਵੱਧ ਤੋਂ ਵੱਧ ਅਨਾਜ ਜਿਹੜਾ ਵਾ ਉਹ ਕੇਂਦਰੀ ਪੂਲ 'ਚ ਜਾਂਦਾ, ਇਹਦਾ ਨੁਕਸਾਨ। ਹਰਿਆਣੇ ਨੇ ਤੇ ਯੂਪੀ ਨੇ ਬੋਲਣਾ ਜੀ ਨਾ, ਉੱਪਰ ਉਹਨਾਂ ਦੇ ਬੈਠੇ ਨੇ ਮਾਲਕ ਬੈਠੇ ਨੇ ਤੇ ਕੈਪਟਨ ਸਾਹਿਬ ਬੋਲਣ ਜੋਗੇ ਨਹੀਂ ਹੈਗੇ। ਇਹ ਬੋਲਣ ਜੋਗੇ ਨਹੀਂ ਹੈਗੇ। ਇਹਨਾਂ ਕੋਲ ਠੀਕ ਹੈ, ਜਿੱਦਾਂ ਜ਼ਿਆਦਾ ਚੱਲਦੀ ਜਾਂਦੇ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਇਸ ਕਰਕੇ ਉਹ ਵੀ ਸਾਡਾ ਨੁਕਸਾਨ ਆ। ਤੇ ਜਿਹੜੀਆਂ ਸਾਡੀਆਂ ਵਿਰਾਸਤਾਂ ਵਾ, ਇਹਨਾਂ ਨੂੰ ਬਰਬਾਦ ਨਾ ਕੀਤਾ ਜਾਵੇ। ਮੈਂ ਨਾ ਵਿਰੋਧ ਨਹੀਂ, ਇਹਦੇ ਖਿਲਾਫ ਜੇ ਧਰਨੇ ਮੁਜ਼ਾਹਰੇ ਕਰਨੇ ਪੈਣ ਤੇ ਵਿਰੋਧੀ ਤੈਨੂੰ ਰੁਕਣਾ ਨਹੀਂ ਚਾਹੀਦਾ ਤੇ ਨੌਜਵਾਨਾਂ ਨੂੰ ਸੜਕਾਂ ਤੇ ਆਉਣਾ ਚਾਹੀਦਾ ਬਾਰੇ ਵੀ ਇਹ ਗਲਤ ਕਰ ਰਹੇ ਜੀ। ਆਪ ਸਰਕਾਰ ਇਹਦਾ ਫੰਡ ਰੱਖੇ, ਵੱਡਾ ਫੰਡ ਰੱਖੇ, ਕਿਉਂਕਿ ਇਹ ਸਾਡੇ ਬੜੇ ਧਰੋਧੁਰ ਨੇ। ਇਹਨਾਂ ਨੂੰ ਅਸੀਂ ਕਿਸੇ ਵੀ ਕਿਸਮ ਤੇ ਜਿਹੜਾ ਭੁਲਾ ਨਹੀਂ ਸਕਦੇ। ਤੇ ਜੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਤੇ ਫਿਰ ਉਹ ਟਾਈਮ ਵੀ ਦੇਣਗੇ, ਇੰਨੇ ਤੋਂ ਇੰਨੇ ਖੁੱਲੂਗਾ ਜੀ, ਇੰਨੀ ਖੁੱਲੂਗੀ, ਇੰਨੇ ਵਜੇ ਤੁਸੀਂ ਆਇਓ ਜੀ, ਇੰਨੇ ਵਜੇ ਆਇਓ ਜੀ, ਆਹ ਨਹੀਂ ਤੁਸੀਂ ਕਰ ਲਓ। ਕਈ ਉੱਥੇ ਬੰਦਸ਼ਾਂ ਲੱਗਣਗੀਆਂ। ਕਿਰਪਾ ਕਰਕੇ ਕੈਪਟਨ ਸਾਹਿਬ ਦੀ ਅਕਲ ਤੋਂ ਹੱਥ ਮਾਰੋ, ਅਕਲ ਤੋਂ ਕੰਮ ਲਓ ਤੇ ਇਹ ਕੰਮ ਤੁਸੀਂ ਨਾ ਕਰੋ। ਦੱਸੋ ਪਰ ਚਲੋ ਉਧਰ ਕੀ ਬਣਿਆ ਜੀ? ਕੋਈ ਅਪਡੇਟ ਆਈ ਜਿਹਦੀ ਪੱਗ ਮੁੰਡੇ ਦੀ ਸੀਗੀ, ਕੋਈ ਗ੍ਰਿਫਤਾਰੀ ਜਾਂ ਕੋਈ ਪਰਚਾ ਦਾ? ਉਹਦੇ ਵਿੱਚ ਜੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਸੀ ਟਵੀਟ ਕੀਤਾ ਸੀ ਜੋਗੀ ਸਾਹਿਬ ਨੂੰ। ਮੈਂ ਨਾ ਬੀਬੀ ਜੀ ਨੇ ਬੜੀ ਵਧੀਆ ਕੀਤਾ, ਮੌਕੇ ਤੇ ਕੰਮ ਕੀਤਾ ਉਹਨਾਂ ਨੇ ਜੀ ਜੀ।
ਉਹਨਾਂ ਦੇ ਟਵੀਟ ਤੋਂ ਬਾਅਦ ਉੱਥੋਂ ਦੀ ਸਰਕਾਰ ਹਰਕਤ 'ਚ ਆਈ ਤੇ ਉਹਨਾਂ ਨੇ ਪਰਚਾ ਵੀ ਦਰਜ ਕਰ ਦਿੱਤਾ। 362 ਕੇ 506 ਏਦਾਂ ਕੁਛ ਕੀਤਾ, ਉਹਨੇ ਪਰਚੇ ਦਰਜ ਕੀਤਾ। ਉਹਨਾਂ ਨੇ ਪਰਚਾ ਦਰਜ ਕਰਕੇ 2 ਬੰਦੇ ਗ੍ਰਿਫਤਾਰ ਵੀ ਕਰ ਲਏ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤੁਸੀਂ ਸੋਚਦੇ ਬੀਬੀ ਹਰਸਿਮਰਤ ਕੌਰ ਨੇ ਬੜੇ ਵਧੀਆ ਸਮੇਂ ਦੇ ਉੱਤੇ ਤੇ ਬੜੀ ਵਧੀਆ ਗੱਲ ਕੀਤੀ ਆ, ਕਿਉਂਕਿ ਜਿਹੜੀ ਆ ਇੱਕ ਕੇਂਦਰੀ ਜਿਹੜਾ ਕੈਬਨਿਟ ਮੰਤਰੀ ਉਹਦੀ ਪਾਵਰ ਮੁੱਖ ਮੰਤਰੀ ਤੋਂ ਘੱਟ ਨਹੀਂ ਹੁੰਦੀ, ਉਹ ਵੀ ਆਪਣੇ ਆਪ 'ਚ ਮੁੱਖ ਮੰਤਰੀ ਹੁੰਦਾ ਵਾ। ਤੇ ਬੀਬੀ ਜੀ ਦੀ ਇਸ ਗੱਲ ਦੀ ਅਸੀਂ ਵਧਾਈ ਵੀ ਦਿੰਦੇ ਤੇ ਉਹਨਾਂ ਦੀ ਪ੍ਰਸ਼ੰਸਾ ਵੀ ਕਰਦੇ ਆ ਵੀ ਇਹ ਕੰਮ ਵਧੀਆ ਕੀਤਾ। ਤੇ ਇਸੇ ਤਰ੍ਹਾਂ ਬੀਬੀ ਜੀ ਤੁਸੀਂ ਇੱਕ ਗੱਲ ਹੋਰ ਕਵਾਂਗੇ ਵੀ ਜਿਹੜੇ ਉੱਥੇ ਯੂਪੀ ਦੇ ਤੇ ਉੱਤਰਾਖੰਡ ਦੇ ਕਿਸਾਨ ਉਜਾੜੇ ਜਾ ਰਹੇ ਉਹਦੇ ਵਿੱਚ ਥੋੜਾ ਜਿਹਾ ਨਿੱਜੀ ਤੌਰ ਤੇ ਇੰਟਰਸਟ ਲੈ ਕੇ ਹੋਮ ਮਿਨਿਸਟਰ ਨਾਲ ਗੱਲ ਕਰਕੇ ਉਹਨਾਂ ਦਾ ਵੀ ਬਚਾਅ ਕੀਤਾ ਜਾਵੇ। ਭਾਵੇਂ ਕਿ ਉਹਦੇ ਵਿੱਚ ਨਰੇਸ਼ ਗੁਰਾਮ ਨੇ ਕਹਿਤਾ, ਜਿਹੜੀ 3 ਮੈਂਬਰੀ ਕਮੇਟੀ ਗਈ ਆ ਉਹਨਾਂ ਕਹਿਤਾ ਕਿ ਅਸੀਂ ਕਿਸੇ ਵੀ ਕਿਸਾਨ ਨੂੰ ਉਜੜਨ ਨਹੀਂ ਦੇਵਾਂਗੇ। ਉਹ ਮੀਟਿੰਗਾਂ ਕਰ ਰਹੇ ਨੇ, ਮੁੱਖ ਮੰਤਰੀ ਨੂੰ ਮਿਲਣਗੇ, ਬਾਕੀ ਅਫਸਰਾਂ ਨੂੰ ਮਿਲਣਗੇ। ਅੱਜ ਮੀਟਿੰਗ ਵੀ ਸੀਗੀ ਮੇਰੀ ਜਸਵੀਰ ਸਿੰਘ ਵਿਰਕ ਹੋਰਾਂ ਨਾਲ, ਸਵੇਰੇ ਮੈਂ ਪ੍ਰੋਗਰਾਮ ਕੀਤਾ ਸੀਗਾ ਜੀ ਫੇਸਬੁੱਕ ਪੇਜ ਦੇ ਉੱਤੇ ਲਾਈਵ, ਜਿਹੜਾ ਅਸੀਂ ਗੱਲਬਾਤ ਕਰਦੇ ਹਾਂ ਉਹਦੇ ਵਿੱਚ ਉਹ ਕਹਿੰਦੇ ਸੀਗੇ ਵੀ ਅੱਜ ਸਾਡੇ ਜਿਹੜਾ ਬੀਜੇਪੀ ਦਾ ਪ੍ਰਧਾਨ ਹੈਗਾ ਇੱਥੋਂ ਦਾ ਯੂਪੀ ਦਾ, ਉਹਦੇ ਨਾਲ ਗੱਲਬਾਤ ਕਰਨੀ ਸੀ, ਉਹਨਾਂ ਨੇ ਜਾਣਾ ਸੀ। ਉਹ ਦੇਖੋ ਕੀ ਡਿਵੈਲਪਮੈਂਟ ਹੋਈ ਹੈ। ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਸ਼ਮਾ ਮੰਚ ਲੈ ਕੇ ਆਏ ਜਸਵੀਰ ਸਿੰਘ ਵਿਰਕ ਜੀ, ਆਪਣੇ ਤੋਂ ਬਾਅਦ ਮੁੜ ਕੇ ਬਾਕੀ ਟੀਵੀ ਚੈਨਲ ਤੇ ਆਏ, ਕੋਈ ਵੈਬ ਚੈਨਲਾਂ ਤੇ ਆਇਓ। ਉਧਰ ਵੀ ਉਹਨਾਂ ਇੰਨੀ ਗੱਲ ਕੀ ਸੀ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਵੀ ਕਿਸਾਨਾਂ ਨੂੰ ਨਾ ਉਜੜਨ ਦਿੱਤਾ ਜੇ। ਤੇ ਉਹਨਾਂ ਸੱਚੀ ਗੱਲ ਦੱਸੀ ਜੀ ਕਿ ਵਾਕਿਆ ਇਹਨਾਂ ਕਿਸਾਨਾਂ ਨੇ ਜ਼ਮੀਨ ਆਬਾਦ ਕੀਤੀ ਹੈ, ਲੇਕਿਨ ਇਹਨਾਂ ਕੋਲ ਹੈ ਕੁਛ ਨਹੀਂ। ਬਿਲਕੁਲ ਜੀ, ਆਈ ਹੁੰਦਾ ਕਈ ਵਾਰੀ ਹੋ ਜਾਂਦੇ ਨੂੰ ਕਹਿ ਤੁਹਾਡੀ ਜ਼ਮੀਨ ਹੈ ਜੀ, ਕੋਈ ਗੱਲ ਨਹੀਂ। ਹੁਣ ਤੁਸੀਂ ਕਹਿੰਦੇ ਜੰਗਲਾਤ ਦੀ ਜ਼ਮੀਨ ਹੈ ਜੀ, ਜੇ ਜੰਗਲਾਤ ਦੀ ਜ਼ਮੀਨ ਤੁਸੀਂ ਪਹਿਲਾਂ ਆਬਾਦ ਕੋ ਕਰਨ ਦੀ ਜੰਗਲ ਜਦੋਂ ਕੰਮ ਹੀ ਜੰਗਲ ਸੀਗਾ ਤਾਂ ਫਿਰ ਜੰਗਲ ਲਾਈ ਰੱਖਦੇ ਤੁਸੀਂ, ਫਿਰ ਜੰਗਲ ਪੱਟਣ ਕਿਉਂ ਦਿੱਤਾ? ਬਿਲਕੁਲ ਇਸ ਕਰਕੇ ਅਸੀਂ ਕਹਾਂਗੇ ਵੀ ਉਹ ਜਿਹੜੇ ਵਿਰਕ ਹੋਰੀ ਗੱਲ ਕਰਦੇ ਆ, ਫਿਰ ਅਸੀਂ ਕੋਸ਼ਿਸ਼ ਕਰਾਂਗੇ ਕੱਲ ਨੂੰ ਲਾਈਨ ਤੇ ਲੈਣ ਦੀ। ਮੈਂ ਤੇ ਇੱਕ ਹੋਰ ਵਿਅਕਤੀ ਸਾਡੇ ਜਿਹੜੇ ਜਲਨ ਦਿੱਲੀ ਦੇ ਹੈਗੇ ਨੇ ਜਤਿੰਦਰ ਸਿੰਘ ਸ਼ੈਂਟੀ ਜੀ, ਉਹਨਾਂ ਨੂੰ ਲਾਈਨ ਤੇ ਲੈਣ ਦੀ ਗੱਲ ਕੀਤੀ ਸੀ ਵੀ ਜਤਿੰਦਰ ਸਿੰਘ ਸ਼ੈਂਟੀ ਜਮਨਾਪੁਰ ਰਹਿੰਦੇ ਨੇ, ਉਹ ਸਾਬਕਾ ਮੈਂਬਰ ਨੇ ਦਿੱਲੀ ਕਮੇਟੀ ਦੇ। ਉਹਨਾਂ ਦੇ ਭਰਾ ਸਰੂਪ ਸਿੰਘ ਸਰਨਾ ਸਾਹਿਬ ਦੇ ਟਾਈਮ ਦੇ ਉੱਤੇ ਜਨਰਲ ਸੈਕਟਰੀ ਰਹੇ ਨੇ ਜੀ ਦਿੱਲੀ ਕਮੇਟੀ ਦੇ। ਤੇ ਜਿਹੜੇ ਇਹ ਸ਼ੈਂਟੀ ਹੋ ਰਹੀ ਹੈ ਇਹ ਬੇਸਿਕਲੀ ਬਾਦਲ ਗਰੁੱਪ ਦਾ ਉੱਥੇ ਸ਼ਾਮਲ ਨੇ। ਤੇ ਇਹ ਉੱਥੇ ਕੀ ਕਰਦੇ, ਇਹਨਾਂ ਦੀਆਂ ਆਪਣੀਆਂ ਐਂਬੂਲੈਂਸ ਨੇ। ਅੱਛਾ ਜੀ, ਐਂਬੂਲੈਂਸ ਇਹ ਆਪਣੀਆਂ ਫ੍ਰੀ ਭੇਜਦੇ ਨੇ, ਜੇ ਕਿਤੇ ਲੋੜ ਹੁੰਦੀ ਹੈ ਤੇ ਫ੍ਰੀ ਉਹ ਮਰੀਜ਼ ਵੀ ਲੈ ਕੇ ਜਾਂਦੀ ਹੈ ਤੇ ਲਾਸ਼ ਵੀ ਲੈ ਕੇ ਜਾਂਦੀ ਹੈ। ਅੱਛਾ ਜੀ, ਪੁੰਨ ਦਾ ਕੰਮ ਕਰਦੇ। ਸਭ ਤੋਂ ਵੱਡੀ ਗੱਲ ਸ਼ੈਂਟੀ ਹੋਰਾਂ ਨੇ ਆਪ ਖੁਦ ਕਿੱਟ ਪਾ ਕੇ 125 ਜਿਹੜੇ ਕਰੋਨਾ ਮਰੀਜ਼ ਜੀ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹਨੇ ਸੰਸਕਾਰ ਆਪ ਕੀਤੇ ਜੀ। ਇਹ ਤੋਂ ਵੱਡੀ ਜੋ ਸੇਵਾ ਕੀ ਹੋ ਸਕਦੀ ਹੈ? ਉਹਨਾਂ ਨੂੰ ਮੈਂ ਲੈਣਾ ਚਾਹੁੰਦਾ ਸੀ, ਮੇਰੀ ਇਹਨਾਂ ਗੱਲ ਨਹੀਂ ਹੋ ਸਕੀ। ਉਹਨਾਂ ਨੂੰ ਅਸੀਂ ਕੱਲ ਅਗਲੇ ਸੋਮਵਾਰ ਜਾਂ ਮੰਗਲਵਾਰ ਕਰਾਂਗੇ ਕੋਸ਼ਿਸ਼ ਵੀ ਲਾਈਨ ਤੇ ਨਾਲ ਲੈਣ ਦੀ। ਉਹ ਆਪਣੀ ਆਪ ਦੱਸਣਗੇ ਵੀ ਸਾਡਾ ਪ੍ਰੋਗਰਾਮ ਕੀ, ਅਸੀਂ ਕਿਵੇਂ ਕਰ ਰਹੇ ਹਾਂ। ਇੰਨਾ ਕੁਝ ਹੋਣ ਦੇ ਬਾਵਜੂਦ ਹਰ ਜਗ੍ਹਾ ਸਿੱਖ ਸੇਵਾ ਕਰ ਰਹੇ ਨੇ, ਵਰਲਡ ਲੈਵਲ ਤੇ ਸੇਵਾ ਕਰ ਰਹੇ ਨੇ, ਫਿਰ ਵੀ ਸਿੱਖਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਏ, ਸਮਝ ਨਹੀਂ ਆਉਂਦੀ ਨੀਤੀ ਕੀ ਸਰਕਾਰਾਂ ਦੀ। ਪਰ ਇਸ ਤੋਂ ਪਹਿਲਾਂ ਆਪਾਂ ਸੁਮੇਲ ਸਿੰਘ ਹੋਰਾਂ ਦੀ ਲਾਈਫ ਸਟਾਈਲ ਬਾਰੇ ਥੋੜਾ ਜਿਹਾ ਚਾਨਣਾ ਪਾਈਏ। ਤੇ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਨੂੰ ਇੱਕ ਗੱਲ ਹਾਸੀ ਜੀ ਆਉਂਦੀ ਹੈ ਕਿ ਹੁਣ ਜਦੋਂ ਕਹਿੰਦੇ ਜੀ ਪਾਕਿਸਤਾਨ ਆ ਗਿਆ ਤਾਂ ਇਧਰੋਂ ਆਹ ਚੀਜ਼ ਨਾ ਲਓ, ਉੱਥੋਂ ਵਪਾਰ ਬੰਦ ਕਰ ਦਿਓ, ਚੀਨ ਨਾਲ ਰੌਲਾ ਪੈ ਗਿਆ ਤਾਂ ਚੀਨ ਦੇ ਟੀਵੀ ਭੰਨ ਦਿਓ। ਪਰ ਇਹ ਪਤਾ ਨਹੀਂ ਕਿ ਹੁਣ ਚੀਨ ਕਹਿੰਦਾ ਵੀ ਇੰਨਾ ਕਿ ਤੁਹਾਡੇ ਘਰ ਕਰ ਚੁੱਕਿਆ ਤੁਹਾਡੇ ਅੰਦਰ ਕਿ ਤੁਸੀਂ ਤਾਂ ਆਪਦਾ ਸਮਾਨ ਹੀ ਬਣਾਉਣਾ ਭੁੱਲ ਗਏ। ਜਿਵੇਂ ਹੁਣ ਮੈਂ ਕਈ ਵਾਰੀ ਇੱਕ ਬੰਦੇ ਦੀ ਮੈਨੂੰ ਬੜੀ ਵਧੀਆ ਗੱਲ ਲੱਗੀ, ਉਹ ਲੇਜ਼ਰ ਕਰਾਹੇ ਚੱਲੇ ਨਾ ਆਪਣੇ ਪੱਟੀ ਸਾਹਿਬ, ਜਦੋਂ ਕਹਿੰਦਾ ਸਾਡੇ ਮੁੰਡਿਆਂ ਨੂੰ ਇਹ ਵਰਤੋਂ ਘੱਟ ਕਰਨੀ ਚਾਹੀਦੀ ਹੈ। ਮੈਂ ਕਿਹਾ ਜੀ ਕੀ ਗੱਲ? ਕਹਿੰਦਾ ਜਿੰਨਾ ਮਸ਼ੀਨੀ ਯੁੱਗ, ਜਿੰਨਾ ਹਾਈਬ੍ਰਿਡ ਬੀਜ ਵਰਤਾਂਗੇ ਸਾਡੀ ਅਗਲੀ ਪੀੜ੍ਹੀ ਖੇਤੀ ਨੂੰ ਭੁੱਲ ਜੂਗੀ। ਤੁਸੀਂ ਯਾਦ ਰੱਖਿਓ। ਤੇ ਉਹ ਮੈਨੂੰ ਗੱਲ ਯਾਦ ਆਉਂਦੀ ਹੈ, ਸਾਡਾ ਨਰਮੇ ਵਾਲਾ ਤਾਂ ਅਸਲ ਬੀਜ ਖਤਮ ਹੋ ਗਏ ਤੇ ਹੱਥ ਜਿਹੜੇ ਹੈਗੇ ਆ, ਜਿਹੜੇ ਉਹ ਕਰਾਹਾ ਕਿਸੇ ਨੂੰ ਕੋਈ ਮਰਲਾ 2 ਮਰਲੇ ਸਿੱਧਾ ਵੀ ਦੌੜੀ ਵੀ ਚੱਕਣੀ ਹੋਵੇ ਨਾ, ਉਹ ਵੀ ਜਿਹੜੀ ਹੈਗੀ ਲੇਜ਼ਰ ਕਰਾਹੇ ਦਾ ਜਿਹੜਾ ਆਮ 5-10 ਰੁਪਈਆਂ 'ਚ ਖੇਤ ਜਾਂਦੇ ਬੰਦੇ ਨੇ ਕਰਾਹਾ ਖਿੱਚ ਕੇ ਕਰ ਦੇਣਾ, ਉਹ ਵੀ ਭੁੱਲ ਜਾਂਦੇ ਆ। ਤੇ ਇੱਥੇ ਸਾਡੇ ਕਹਿੰਦੇ ਜੀ ਚੀਨੀ ਕੰਪਨੀਆਂ ਦਾ ਮਾਲ ਲੈਣਾ ਬੰਦ ਕਰੋ, ਉਹਨਾਂ ਨੇ ਤੁਹਾਡੀ 3000 ਕਰੋੜ ਦੀ ਮੂਰਤੀ ਬਣਾਤੀ ਤੇ ਪਰ ਰੇਲਵੇ ਦਾ ਤੁਸੀਂ ਠੇਕਾ ਬੰਦ ਕਰਨ ਨੂੰ ਰੱਦ ਕਰ ਦਿੱਤਾ ਜੀ। ਕੀ ਕੁਛ ਹੋ ਰਿਹਾ ਹੈ? ਵੇਖੋ ਜੀ, ਜਿਹੜੀ ਰੇਲਵੇ ਦੀ ਗੱਲ ਹੈ ਇਹ 2016 'ਚ ਠੇਕਾ ਦਿੱਤਾ ਗਿਆ ਸੀ ਤੇ ਬਹੁਤ ਜਲਦੀ 6 ਮਹੀਨੇ ਕੇ ਸਾਲ 'ਚ ਉਹਨਾਂ ਨੂੰ ਕੰਪਲੀਟ ਕਰਨ ਨੂੰ ਕਿਹਾ ਸੀ ਜੀ। 417 ਕਿਲੋਮੀਟਰ ਕਾਨਪੁਰ ਤੋਂ ਮੁਗਲ ਸਰਾਏ, ਜਿਹਨੂੰ ਦੀਨ ਦਿਆਲ ਉਪਾਧਿਆਏ ਸਟੇਸ਼ਨ ਦਾ ਨਾਮ ਦਿੱਤਾ ਗਿਆ, ਉੱਥੋਂ ਤੱਕ ਇਹਨਾਂ ਨੇ ਲਾਈਟਾਂ ਲਾਉਣੀਆਂ ਸੀ ਜੀ।
ਉਹ 3-4 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਨੇ ਪ੍ਰੋਪਰਲੀ ਕੰਮ ਨਹੀਂ ਕੀਤਾ। 20% ਕੰਮ ਕੀਤਾ ਤੇ ਉਹ ਠੇਕਾ ਉਹਨਾਂ ਨੇ ਪਹਿਲਾਂ ਹੀ ਰੱਦ ਕਰਤਾ ਸੀ ਤੇ ਅਸੀਂ ਰੱਦ ਕਰ ਦੇਣਾ। ਪਰ ਹੁਣ ਕਿਉਂ ਰੌਲਾ ਤਾਂ ਆ ਜਾਂਦਾ ਨਾ, ਮੌਕਾ ਜਦੋਂ ਆ ਜਾਂਦਾ ਫਿਰ ਖਬਰ ਤਾਂ ਬਣਦੀ ਆ। ਅੱਜ ਤੋਂ 15 ਦਿਨ ਪਹਿਲਾਂ ਕਰ ਦਿੰਦੇ, ਖਬਰ ਨਹੀਂ ਸੀ ਇਹ। ਆਪਾਂ ਖਾਤਾ ਇਹ ਵੇਚ ਪਾ ਰਹੇ ਹਾਂ ਇਸ ਚੀਜ਼ ਨੂੰ, ਲੇਕਿਨ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਨੋਟਿਸ ਦੇ ਵੀ ਭਾਈ ਤੁਹਾਡਾ ਅਸੀਂ ਜਿਹੜਾ ਪ੍ਰੋਜੈਕਟ ਆ ਉਹ ਤੁਹਾਡਾ ਠੇਕਾ ਉਹ ਰੱਦ ਕਰ ਰਹੇ, ਅਸੀਂ ਤੁਸੀਂ ਕੰਮ ਨਹੀਂ ਕਰ ਰਹੇ ਪ੍ਰੋਪਰਲੀ। ਲੇਕਿਨ ਅੱਜ ਅਸੀਂ ਇਹਦੇ ਖਾਤੇ 'ਚ ਪਾ ਰਹੇ ਹਾਂ ਜੀ। ਅੱਜ ਤੁਸੀਂ ਵੇਖੋ ਸਾਡੇ ਅੱਜ ਉਹਨਾਂ ਨੇ 10 ਸੈਨਿਕ ਰਿਹਾਅ ਕੀਤੇ ਆ, ਜਿਹਦੇ ਵਿੱਚ 2 ਮੇਜਰ ਨੇ ਜੀ। ਮੇਜਰ ਰੈਂਕ ਦੇ 2 ਅਫਸਰ ਹੋਣ ਤੇ ਸਾਡੀ ਸਰਕਾਰ ਨੂੰ ਪਤਾ ਨਹੀਂਗਾ ਵੀ ਉਹ ਬੰਦੇ ਸਾਡੇ ਉਹਨਾਂ ਦੇ ਰਾਸ਼ਟਰ ਦੇ ਵਿੱਚ ਨੇ। ਦੱਸੋ ਇਹ ਫਿਰ ਜਾਂ ਤਾਂ ਇਹਨਾਂ ਨੂੰ ਆਏ ਸੀਗਾ ਵੀ ਵੇਖ ਲੈਣੇ ਕਿਹਨਾਂ ਲੁਕੋ ਕੇ ਸਰਦਾ ਤਾਂ ਸਾਰ ਲਈਏ। ਜਿਹੜੇ ਉਹਨਾਂ ਨੇ ਅੱਜ ਮੀਟਿੰਗ ਤੋਂ ਬਾਅਦ ਜਿਹੜੇ 10 ਸਾਡੇ ਸੈਨਿਕ ਜਿਹੜੇ ਰਿਹਾਅ ਕੀਤੇ ਨੇ ਵੀ ਲਓ ਆਪਣੇ ਸੈਨਿਕ ਲਓ ਸਾਡੇ ਕੋਲ ਹੈਗੇ ਤੁਹਾਡੇ, ਲੈ ਜਾਓ ਭਾਈ। ਅਜੇ ਤੱਕ ਸਾਹਮਣੇ ਨਹੀਂ ਆਇਆ। ਅੱਜ ਸਾਹਮਣੇ ਆਇਆ ਵੀ 76 ਸੈਨਿਕ ਸਾਡੇ ਫੱਟੜ ਹੋਏ ਨੇ ਉੱਥੇ। ਦੱਸੋ ਜਿਹੜੇ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਨੇ। 18 ਦੀ ਹਾਲਤ ਸੀਰੀਅਸ ਆ। ਦੱਸੋ ਇਹ ਲੁਕੋ ਕੀ ਤੋਂ ਰਹੇ ਨੇ? ਪਹਿਲਾਂ ਇਹ ਡੈਮੋਕ੍ਰੈਟਿਕ ਦੇਸ਼ ਹੈ, ਤੁਸੀਂ ਲੁਕੋ ਕੀ ਤੇ ਰਹੇ ਹੋ? ਚੀਨ ਤਾਂ ਅਸੀਂ ਮੰਨ ਲਿਆ ਕਿ ਉਹ ਡੈਮੋਕ੍ਰੇਸੀ ਦੇ ਨਾਂ ਦੀ ਡੈਮੋਕ੍ਰੇਸੀ, ਉਹ ਤਾਂ ਇੱਕ ਪਾਰਟੀ ਦੀ ਉੱਥੇ ਉਹ ਹੈਗੀ ਆ ਵਾਟ ਯੂ ਕਾਲ ਡਿਕਟੇਟਰਸ਼ਿਪ ਹੈ। ਉੱਥੇ ਤਾਂ ਬਹੁਤ ਕੁਝ ਸੈਂਸਰ ਹੈ, ਜਿੱਥੇ ਅਸੀਂ ਕਹਿੰਦੇ ਕਿ ਭਾਰਤ ਦੀ ਹਰ ਚੀਜ਼ ਸਾਨੂੰ ਪਤਾ ਹੋਣੀ ਹੁੰਦੀ ਹੈ ਤੇ ਉਹ ਉਸ ਤੋਂ ਪਹਿਲਾਂ ਅਸੀਂ ਖਬਰਾਂ ਤੇ ਬੋਲਣ ਲੱਗ ਪੈਂਦੇ। ਫਿਰ ਲੁਕੋਇਆ ਕੀ ਤੋਂ ਜਾ ਰਿਹਾ? ਦੇਖੋ ਅਗਲੀ ਗੱਲ ਦੱਸਾਂ ਤੁਹਾਨੂੰ, ਜਿਹੜੀ ਸਾਈਕਲ ਇੰਡਸਟਰੀ ਦੀਆਂ ਖਬਰਾਂ ਛਪੀਆਂ ਅੱਜ ਤੁਸੀਂ ਪੜ੍ਹੀਆਂ ਹੋਣੀਆਂ ਸ਼ਾਇਦ ਜੀ। ਸਾਈਕਲ ਇੰਡਸਟਰੀ ਦੇ ਉੱਤੇ ਕਹਿ ਦਿੱਤਾ ਗਡਕਰੀ ਸਾਹਿਬ ਨੇ ਵੀ ਤੁਸੀਂ ਜਿਹੜਾ ਸਾਈਕਲ ਬਣਾਉਣੇ ਆ ਉਹਦੇ ਉੱਤੇ 3 mm ਦੀ ਰਬੜ ਚੜਾਓ, ਟੇਪ ਲਾਓ ਉਹਦੇ ਤੇ। ਅੱਛਾ ਜੀ। ਉਹ ਲੈਣੀ ਕਿੱਥੋਂ ਆ? ਵਰਲਡ ਦੇ ਵਿੱਚ ਸਿਰਫ ਇੱਕੋ ਹੀ ਕੰਟਰੀ ਆ, ਉਹ ਚਾਈਨਾ ਬਣਾਉਂਦਾ ਵਾ। ਓਕੇ ਦੱਸੋ। ਨਹੀਂ ਚੀਨ ਦੇ ਵਿੱਚ ਤਾਂ ਅੱਧੇ ਆਪਣੇ ਇੰਡੀਅਨਸ ਨੇ ਫੈਕਟਰੀਆਂ ਲਾ ਰੱਖੀਆਂ ਜੀ। ਲਾਈਆਂ ਨਹੀਂ, ਮੈਂ ਹੁਣ ਟੇਪ ਦੀ ਗੱਲ ਕਰਨ ਲੱਗਾ। ਹੁਣ ਦੱਸੋ ਸਰਕਾਰ ਕਰੇ ਬੰਦੋਬਸਤ ਮੰਗਵਾ ਕੇ ਦੇਵੇ ਟੇਪ, ਉਹਨੂੰ ਲਾ ਦੇਂਗੇ ਅਸੀਂ, ਕੋਈ ਗੱਲ ਨਹੀਂ। ਸਾਡਾ ਖਰਚਾ ਵੱਧ ਹੋ ਜਾਊਗਾ, ਜਿਹੜੇ ਗਾਹ ਕੋ ਦੇਣ ਲਈ ਤਿਆਰ ਜੀ। ਗਡਕਰੀ ਸਾਹਿਬ ਨੇ ਚੁੱਪ ਕਰਕੇ ਬਿਆਨ ਦਿੱਤਾ, ਸੋਚਿਆ ਨਹੀਂ ਮੈਂ ਕੀ ਕਰਨਾ ਕੀ ਨਹੀਂ ਕਹਿ ਰਿਹਾ। ਤੇ ਹੁਣ ਇੰਡਸਟਰੀ ਵਾਲੇ ਕਹਿ ਰਿਹਾ ਵੀ ਗਡਕਰੀ ਸਾਹਿਬ ਸਾਨੂੰ ਚਾਈਨਾ ਤੋਂ ਇਹ ਟੇਪ ਮੰਗਵਾ ਦਿਓ, ਅਸੀਂ ਲਾ ਦਿਆਂਗੇ। ਤੁਸੀਂ ਕਹਿੰਦੇ ਵੀ ਜਿਹੜਾ ਸਵਾਰ ਹੈ ਉਹਦੀ ਸੇਫਟੀ ਹੋਏਗੀ, ਚੰਗੀ ਗੱਲ, ਇਹ ਲਾ ਦੇਂ, ਕੋਈ ਗੱਲ ਨਹੀਂ। ਇੱਕ ਪਾਸੇ ਤੁਸੀਂ ਕਰਦੇ ਹੋ, ਰੱਦ ਕਰਨ ਦੀ ਗੱਲ ਕਰਦੇ ਹੋ, ਦੂਜੇ ਪਾਸੇ ਜੋ ਤੁਸੀਂ ਅਗਲੇ ਪਾਸੇ ਇਹਨਾਂ ਦਾ ਇੱਕ ਹੀ ਕੰਪਨੀ ਹੈ ਸਾਡੀ, ਇਹਨਾਂ ਨੇ ਸਮਝੌਤਾ ਕੀਤਾ ਵਾ ਵੀ ਆ ਜਿਹੜਾ ਸਾਡੀਆਂ ਆਪਣੀਆਂ ਹੈਗੀਆਂ ਜਿਹੜੀਆਂ ਟੈਲੀਕਾਮ ਕੰਪਨੀ, ਟੈਲੀਕਾਮ ਦਾ ਸਮਝੌਤਾ ਹੋਇਆ ਵਾ। ਜੇ ਕਿਤੇ ਅੱਜ ਉਹ ਚਾਈਨਾ ਨਾਲ ਰੱਦ ਕੀਤਾ ਜਾਂਦਾ ਤੇ ਸਾਨੂੰ ਪੌਣੇ 1700 ਕਰੋੜ ਦਾ ਘਾਟਾ ਪੈਂਦਾ ਉਹਦੇ 'ਚ। ਬਰਦਾਸ਼ਤ ਕਰੂ ਸਾਡੀ ਸਰਕਾਰ? ਸਾਡੀ ਟੈਲੀਕਾਮ ਬਰਦਾਸ਼ਤ ਕਰੇਗੀ? ਇਸ ਕਰਕੇ ਉਹ ਬਿਲਕੁਲ ਸਮਝੌਤੇ ਰੱਦ ਨਹੀਂ ਹੋਣੇ, ਜਿਹੜੇ ਸਮਝੌਤੇ ਉਹ ਪਹਿਲਾਂ ਹੋ ਚੁੱਕੇ ਨੇ। ਇਸੇ ਤਰ੍ਹਾਂ ਇੱਕ ਸਮਝੌਤਾ ਹੈਗਾ ਵਾ ਜਿਹੜੀ ਇਹ ਸਾਡੀਆਂ ਜਿਹੜੀਆਂ ਹੈਗੀਆਂ ਮੋਬਾਈਲ ਕੰਪਨੀਆਂ, ਉਹ ਵੀ ਵੇਖੋ ਅੱਜ ਤੁਸੀਂ ਕਹਿੰਦੇ ਵੀ ਚਾਈਨਾ ਸਮਾਨ ਤੁਸੀਂ ਨਾ ਵਰਤੋ, ਤੁਸੀਂ ਸਮਾਨ ਨਹੀਂ ਵਰਤੋ, ਸਾੜਦੇ ਪਏ ਹੋ ਤੁਸੀਂ ਉਹਨਾਂ ਸਮਾਨ ਜਿਹੜਾ ਗਲੀਆਂ ਬਾਜ਼ਾਰਾਂ ਸੜਕ ਤੇ ਫੋਟੋ ਆ ਕੇ ਖਬਰਾਂ ਛਾਪ ਰਹੇ ਹੋ। ਭਾਈ ਜੇ ਮਾਰਕੀਟ ਆਏਗਾ ਸਸਤਾ ਮਿਲੇਗਾ ਤੇ ਲੋਕਾਂ ਨੇ ਖਰੀਦਣਾ ਹੀ ਖਰੀਦਣਾ, ਜੋ ਮਰਜ਼ੀ ਹੋ ਜਾਏ। ਤੁਸੀਂ ਰੋਕ ਨਹੀਂ ਸਕਦੇ ਲੋਕਾਂ ਨੂੰ। ਪਹਿਲੀ ਗੱਲ ਤੇ ਤੁਸੀਂ ਡਿਪੈਂਡੈਂਟ ਚਾਈਨਾ ਤੇ ਨਾ ਹੋ ਕੇ ਹਰ ਚੀਜ਼ ਚਾਈਨਾ ਤੋਂ ਆ ਰਹੀ, ਹਰ ਚੀਜ਼ ਚਾਈਨਾ ਤੋਂ ਆ ਰਹੀ ਆ। ਬਹੁਤੀ ਦੂਰ ਨਾ ਚੱਲ ਜਾਓ ਤੁਸੀਂ, ਆਹ ਜਿਹੜੀ ਡਰੈਗਨ ਡੋਰ ਆਉਂਦੀ ਜਿਹੜੀ ਹੁੰਦੀ ਉਹ ਵੀ ਚਾਈਨਾ ਮੇਡ ਆ, ਉਹਦੇ ਤੇ ਪੰਜਾਬ 'ਚ ਬੈਨ ਆ, ਲੇਕਿਨ ਉਹ ਡੋਰ ਫਿਰ ਧੱਲੇ ਨਾਲ ਵੇਖ ਰਹੀ ਆ। ਉਹ ਕਿੱਥੋਂ ਆਉਂਦੀ ਆ, ਕਿਵੇਂ ਵੇਖਦੀ ਆ, ਉਹ ਵੀ ਦੱਸੋ ਸਾਨੂੰ ਜੀ। ਇਸ ਕਰਕੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਜੀ ਚਾਈਨਾ ਨਾਲ। ਚਾਈਨਾ ਦੇ ਸਮਝੌਤੇ ਸਿੱਧੇ ਰੱਦ ਨਹੀਂ ਹੋਣੇ। ਅੱਜ ਟੈਨਸ਼ਨ ਹੈਗੀ ਆ, ਕੱਲ ਨੂੰ ਮਾਹੌਲ ਠੀਕ ਹੋ ਗਿਆ, ਜਿਵੇਂ ਸਾਡੇ 10 ਸੈਨਿਕ ਛੱਡ ਦਿੱਤੇ ਅੱਜ, ਕੱਲ ਨੂੰ ਉਹ ਆਪਣਾ ਜਿਹੜਾ ਮਾਮਲਾ ਠੀਕ ਹੋ ਗਿਆ ਤੇ ਸਮਝੌਤੇ ਚੱਲਦੇ ਰਹੇ। ਮੈਂ ਕਿਹਾ ਪੱਟੀ ਸਾਹਿਬ ਅੱਧਿਆਂ ਦੀਆਂ ਤਾਂ ਫੈਕਟਰੀਆਂ ਨੇ ਉੱਧਰ। ਹਾਂਜੀ ਬਿਲਕੁਲ। ਕਾਲ ਲੈ ਲਈਏ ਜੀ, ਇੱਕ ਮਨੋਹਰ ਸਿੰਘ ਜੀ ਆਉਂਦੇ ਰੋ। ਪੱਟੀ ਸਾਹਿਬ ਧੰਨਵਾਦ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਈ ਹੈ ਚਾਈਨਾ ਦੇ ਉੱਤੇ। ਹਾਂਜੀ ਮੈਂ ਇਹਦੇ ਬਾਰੇ ਸੋਚ ਰਿਹਾ ਸੀਗਾ ਜੀ, ਜਿਹੜੀ ਉਹ ਲੜਾਈ ਆ ਉਹ ਕੁਝ ਮਿੰਟਾਂ ਦੀ ਨਹੀਂ, ਕੁਝ ਮਿੰਟਾਂ ਦੀ ਹੋਈ ਹੋਊਗੀ, 15 20 25 ਮਿੰਟ ਦੀ। ਡਿਊਰਿੰਗ ਉਸ ਟਾਈਮ ਕਿਸੇ ਆਫੀਸਰ ਨੇ ਕਿਸੇ ਨੂੰ ਕਾਲ ਕੀਤੀ ਹੋਣੀ ਆ ਵੀ ਸਾਡੇ ਨਾਲ ਆਹ ਹੈਪਨ ਹੋ ਗਈ, ਸਾਨੂੰ ਇਜਾਜ਼ਤ ਦਿਓ ਗੋਲੀ ਚਲਾਉਣ ਦੀ। ਮੈਨੂੰ ਇਹ ਫੀਲ ਹੋ ਰਿਹਾ ਵੀ ਜਿਹੜਾ ਕਮਿਊਨੀਕੇਸ਼ਨ ਹੀ ਵਿੱਚੋਂ ਮਿਸ ਹੋ ਗਿਆ ਆ ਜੀ, ਜਿਹਦੀ ਏਡੀ ਵੱਡਾ ਨੁਕਸਾਨ ਹੋ ਗਿਆ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਪੱਟੀ ਸਾਹਿਬ ਇਹ ਤਾਂ ਜੀ ਦੇਖੋ, ਇਹ ਤਾਂ ਕਿਆਸ ਰਹੀਆਂ ਨੇ ਜੀ, ਇਹ ਤਾਂ ਸਾਰੀਆਂ। ਪਹਿਲੀ ਗੱਲ ਤੇ ਮੈਂ ਇਹਨਾਂ ਨੂੰ ਦੱਸ ਦਿਆਂ ਵੀ ਉੱਥੇ ਗੋਲੀ ਚਲਾਉਣ ਦਾ ਹੁਕਮ ਨਹੀਂ ਹੈ, ਬਿਲਕੁਲ।
1975 ਦੇ ਵਿੱਚ ਜਦੋਂ ਇੱਥੇ ਇੱਕ ਝਗੜਾ ਹੋਇਆ ਸੀਗਾ, ਸਾਡੇ ਨਹੀਂ, 4 ਸੈਨਿਕ ਮਾਰੇ ਗਏ। ਉਹ ਪੱਟੀ ਸਾਹਿਬ ਅਸੀਂ ਡਿਸਕਸ ਕਰ ਚੁੱਕੇ ਹਾਂ। ਜਨਰਲ ਪਨਾਗ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਬੇਸ਼ੱਕ ਗੋਲੀ ਚਲਾਉਣ ਦਾ ਹੁਕਮ ਨਹੀਂ ਹੈ, ਪਰ ਜੇਕਰ ਇਹੋ ਜਿਹੇ ਹਾਲਾਤ ਹੋ ਜਾਂਦੇ ਆ ਕਿ ਤੁਸੀਂ ਇਹ ਵੀ ਨਹੀਂ, ਤੁਹਾਨੂੰ ਕੋਈ ਕਹਿੰਦਾ ਵੀ ਤੁਹਾਡੇ ਤੇ ਕੋਈ ਹਮਲਾ ਕਰਦੇ, ਤੁਹਾਡੀ ਜਾਨ ਖਤਰੇ 'ਚ ਪੈ ਜੇ, ਫਿਰ ਤੁਸੀਂ ਗੋਲੀ ਨਹੀਂ ਚਲਾ ਸਕਦੇ। ਉਹਨਾਂ ਨੇ ਨਹੀਂ ਫਿਰ ਚਲਾਈ ਕਿਉਂ ਨਹੀਂ ਗੱਲ? ਔਰ ਹਥਿਆਰ ਨਹੀਂ ਜਾ ਸਕਦੇ ਸੀ ਨਾ, ਪਰ ਵਰਤੇ ਜਾ ਸਕਦੇ। ਮੈਂ ਤਾਂ ਉਹੀ ਤਾਂ ਮੈਂ ਗੱਲ ਕਹਿਣ ਡਿਆ ਜੀ ਵੀ ਉਹ 4 ਜਵਾਨ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਕਿਹਾ ਜਿਹੜੀ ਗਸ਼ਤ ਕੀਤੀ ਜਾਊਗੀ ਉਹ ਡਾਂਗ ਸੋਟਾ ਫੜ ਕੇ ਕੀਤੀ ਜਾਊਗੀ, ਨਾ ਕਿ ਬੰਦੂਕ ਫੜ ਕੇ ਕੀਤੀ ਜਾਊਗੀ। ਇਹ ਗੱਲ ਤਾਂ ਮੈਂ ਕਹਿਣ ਡਿਆ ਜੀ 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 ਵੀ ਜਦੋਂ ਤੁਹਾਡੇ ਕੋਲ ਹਥਿਆਰ ਹੈਗਾ ਹੀ ਨਹੀਂ ਤੇ ਚਲਾਓਗੇ ਤੁਸੀਂ ਕੀ? ਬਿਲਕੁਲ। ਕਰਤਾਰ ਸਿੰਘ ਸਿੱਖਾਂ ਵਾਲਾ ਜੀ, ਤੁਸੀਂ ਆਉਣੇ ਰੋ। ਦਾਨੀ ਵਾਲੇ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਬੇਨਤੀ ਇਹ ਸੀ, ਤੁਸੀਂ ਆ ਮੰਡੀ ਬੋਰਡ ਦੇ ਵਿੱਚ ਗੱਲ ਤੋਰੀ ਸੀ, ਉਹ ਜਿਹੜੇ ਆਰਡੀਨੈਂਸ ਸੈਂਟਰ ਵੱਲੋਂ ਹੈ ਜੀ, ਅੱਜ ਸਰਦਾਰਾ ਸਿੰਘ ਜੌਹਲ ਵੱਲੋਂ ਇੱਕ ਲੇਖ ਆਇਆ ਜੀ। ਜੀ ਜੀ ਜੀ। ਉਹਨਾਂ ਨੇ ਉਹ ਕਹਿੰਦੇ ਵੀ ਇਹਦੇ ਵਿੱਚ ਸਿਰਫ ਮੰਡੀ ਬੋਰਡ ਦਾ ਨੁਕਸਾਨ ਹੋ ਜਾਣਾ, ਜਿਹੜੀ ਫੀਸ ਦਾ, ਤੇ ਕਿਸਾਨਾਂ ਬਾਰੇ ਤਾਂ ਉਹ ਕਹਿੰਦੇ ਭੁੱਖ ਨਹੀਂ ਹੋ ਰਹੀ, ਕਹਿੰਦੇ ਕੋਈ ਨੁਕਸਾਨ ਹੋ ਨਹੀਂ ਰਿਹਾ। ਇਹਦੇ ਬਾਰੇ ਮੈਂ ਜੀ ਇਹਦੇ ਗੱਲ ਮੈਂ ਜਵਾਬ ਦਿੰਦਾ ਇਹਦਾ। ਹਾਂਜੀ ਹਾਂਜੀ। ਬਟ ਸਿੱਖਾਂ ਵਾਲਾ ਸਾਹਿਬ, ਤੁਸੀਂ ਨਰਮਾ ਬੀਜਦੇ ਹੋ? ਹਾਂਜੀ ਹਾਂਜੀ। ਮੈਂ ਵੀ ਨਰਮਾ ਬੀਜਦਾ। ਹਾਂਜੀ ਠੀਕ ਹੈ। ਮੱਕੀ ਬੀਜਦੇ ਨੇ ਲੋਕ। ਹਾਂਜੀ। ਇਹਦੇ ਵਿੱਚ ਇੱਕ ਚੀਜ਼ ਹੈਗੀ ਕਿ ਜਦੋਂ ਸਿੱਖ ਜਿਹੜਾ ਕਿਸਾਨ ਹੈ ਉਹਨੂੰ ਪਹਿਲਾਂ ਹੀ ਇਹ ਚੀਜ਼ ਦੀ ਹੈਗੀ ਹੈ ਕਿ ਤੁਸੀਂ ਆਪਣਾ ਜਿੱਥੇ ਮਰਜ਼ੀ ਫਸਲ ਲੈ ਜਾਓ। ਠੀਕ ਹੈ ਜੀ। ਹਾਂਜੀ। ਜਦੋਂ ਨੰਬਰ 2 ਦੇ ਉੱਤੇ ਜਦੋਂ ਇੱਕ CCI ਗੈਪ ਹੋ ਜਾਂਦੀ ਹੈ ਆਪਣੇ ਮੰਡੀ ਚੋਂ, ਕੀ ਤੁਹਾਡਾ ਨਰਮਾ ਮਿਨੀਮਮ ਸਪੋਰਟ ਪ੍ਰਾਈਸ ਤੇ ਵਿਕਦਾ? ਉਹ ਵਿਕਦਾ ਜੋ ਬਾਜ਼ਾਰ ਦਾ ਭਾਅ, ਫਿਰ ਬਾਜ਼ਾਰ ਦਾ ਆ ਜਾਂਦਾ। ਬਿਲਕੁਲ ਠੀਕ ਹੈ। ਉਦੋਂ ਬਾਅਦ ਵੀ ਬਾਜ਼ਾਰ ਦਾ ਭਾਅ ਵਿਕਦਾ, ਪਰ ਘੱਟੋ ਘੱਟ ਸ਼ਰਤ ਇਹ ਹੈ ਕਿ ਜੇ ਬਾਜ਼ਾਰ ਦੇ ਵਿੱਚ 2500 ਰੁਪਇਆ ਭਾਅ ਹੈ ਬਾਜ਼ਾਰ ਭਾਅ, ਤੇ ਤੁਹਾਡਾ ਨਰਮੇ ਦਾ ਮੁੱਲ MSP 3000 ਹੈ, ਤਾਂ ਵਪਾਰੀ ਨੂੰ 3000 ਖਰੀਦਣਾ ਪਊਗਾ। ਪਰ ਨਹੀਂ ਖਰੀਦਦੀ, ਉੱਥੇ ਕੈਟਾਗਰੀਆਂ ਬਣ ਜਾਂਦੀਆਂ ਨੇ। ਦੇਖੋ ਦੂਜੀ ਗੱਲ, ਫਿਰ ਤੁਸੀਂ ਮੱਕੀ ਵਾਲੇ ਥਾਂ ਤੇ ਆ ਜਾਓ। ਮੱਕੀ ਦੀ ਸਰਕਾਰੀ ਖਰੀਦ ਆਪਣੇ ਇੱਥੇ ਹੈ ਨਹੀਂ, ਕਈ ਥਾਵਾਂ ਤੇ ਹੈਗੀ, ਉੱਥੇ ਮੱਕੀ ਦਾ ਪੂਰਾ ਮੁੱਲ ਮਿਲਦਾ, ਆਪਣੇ ਨਹੀਂ ਮਿਲਦਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਮੈਂ ਕਈ ਗੱਲਾਂ ਦੇ ਉੱਤੇ, ਠੀਕ ਹੈ, ਸਰਦਾਰਾ ਸਿੰਘ ਜੌਹਲ ਹੋਰੀ ਬਹੁਤ ਤਕੜੇ ਅਰਥ ਸ਼ਾਸਤਰੀ ਨੇ, ਪਰ ਮੈਂ ਕਿਸਾਨੀ ਨਾਲ, ਜ਼ਮੀਨ ਨਾਲ ਜੁੜ ਕੇ ਕਈ ਗੱਲਾਂ ਦੇ ਉੱਤੇ ਗੱਲ ਕਰਦਾ ਕਿ ਇਹ ਮੈਨੂੰ ਬਹੁਤ ਇੱਕ ਬੰਦੇ, ਮੈਂ ਪਹਿਲਾਂ ਕੰਪਿਊਟਰ ਕਰਾਹੇ ਵਾਲੀ ਗੱਲ ਕਰਕੇ ਹਟਿਆ ਤੁਹਾਡੇ ਨਾਲ ਕਿ ਅਸੀਂ ਆਪਣੀ ਸਕਿੱਲ ਗਵਾ ਲਈ। ਬਹੁਤ ਪਿੱਟਿਆ ਸੀ ਮੈਂ ਉਦੋਂ ਜਦੋਂ ਹਾਈਬ੍ਰਿਡ ਨਰਮੇ ਆਏ ਸੀਗੇ ਕਿ ਸਾਨੂੰ, ਮੈਂ ਉਦੋਂ ਹੱਕ 'ਚ ਸੀਗਾ ਕਿ ਹਾਈਬ੍ਰਿਡ ਨਰਮੇ ਆ ਗਏ ਜੀ, ਸਾਡੀ ਖਲਾਸੀ ਹੋ ਗਈ। ਉਦੋਂ ਵੀ ਮੈਨੂੰ ਇੱਕ ਸਿਆਣੇ ਬੰਦੇ ਨੇ ਆਖਿਆ, ਹੀ ਕਹਿੰਦਾ ਪੁੱਤਰਾ ਮੈਨੂੰ ਇਹ ਤਾਂ ਪਤਾ ਨਹੀਂ ਇਹ ਹੈ ਕੀ, ਪਰ ਕਹਿੰਦਾ ਕਿਸਾਨ ਉਨੀ ਦੇਰ ਨਹੀਂ ਬਚ ਸਕਦਾ ਜਿੰਨੀ ਦੇਰ ਉਹਦੇ ਘਰ ਦਾ ਬੀਜ ਨਾ ਹੋਵੇ। ਇਹ ਕਹਿੰਦਾ ਕੰਪਨੀਆਂ ਦੇ ਹੱਥਾਂ 'ਚ ਜਦੋਂ ਬੀਜ ਆ ਗਏ, ਤੁਸੀਂ ਤੁਹਾਡੇ ਕੋਲੇ ਬੀਜ ਨਹੀਂ ਰਹਿਣਾ। ਤੇ ਉਹਦਾ ਉਦਾਹਰਨ ਤੁਸੀਂ ਇੱਕ ਚੀਜ਼ ਨੋਟ ਕਰ ਲਓ, ਕਿੰਨੇ ਕੁ ਸਾਲ ਹੋਏ ਨੇ 95-96 ਦੇ ਵਿੱਚ ਹਾਈਬ੍ਰਿਡ ਆਇਆ ਸ਼੍ਰੀਮਾਨ ਜੀ, ਤੇ ਸਾਲ ਕਿੰਨੇ ਹੋਏ ਨੇ 20 ਇਹ 25 ਉਹ ਸਾਡੇ ਕੋਲੇ ਮਦਰ ਸੀਡ ਨਰਮੇ ਦਾ ਖਤਮ ਹੋ ਗਿਆ, ਸਾਡੇ ਕੋਲੇ ਮਦਰ ਸੀਡ ਦੇਸੀ ਮੱਕੀ ਦਾ ਖਤਮ ਹੋ ਗਿਆ, ਸਾਡੇ ਕੋਲੇ ਮਦਰ ਸੀਡ ਭਿੰਡੀ ਦਾ ਖਤਮ ਦੇਸੀ ਦਾ ਹੋ ਗਿਆ। ਕਿੰਨੀਆਂ ਦੇਸੀ ਵੈਰਾਈਟੀਆਂ ਗਿਣ ਲਓ। ਅਸੀਂ ਕੰਪਨੀਆਂ ਦੇ ਜਿਹੜੇ ਆ ਹੱਥ ਗੁਲਾਮ ਬਣ ਗਏ ਬੀਜ ਲੈਣ ਦੇ ਲਈ। ਆ ਕਿਸਾਨ ਲਾਈਨਾਂ ਲਾ ਕੇ ਖਰੀਦਦੇ ਨਹੀਂ ਫਿਰਦੇ। ਦੱਸੋ ਹਾਈਬ੍ਰਿਡ ਨਰਮਾ ਤੇ ਨਕਲੀ ਕਿੰਨਾ ਵਿਕਦਾ ਜੀ? ਇਹ ਵੀ ਬਹੁਤ ਬੁਰਾ ਹਾਲ। ਬਿਲਕੁਲ ਨੁਕਸਾਨ ਤਾਂ ਹੋਇਆ ਕਿਸਾਨ ਦਾ, ਪਰ ਉਹਦੇ ਬਾਰੇ ਮੈਂ ਉਹੀ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਕਰਦਾ ਕਿ ਇਹ ਚੀਜ਼ ਨਾ ਅਵਸ਼, ਇਹ ਕਿਉਂਕਿ ਇੱਕ ਵਾਰੀ ਤੁਹਾਨੂੰ ਚੰਗੀ ਲੱਗੂਗੀ, ਇੱਕ ਵਾਰੀ ਹੋਰ ਹੈ। ਮੈਂ ਇੱਕ ਗੱਲ ਕਹਿੰਦਾ ਕਿ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਉੱਥੇ ਵੱਡੇ ਦੇਸ਼ ਨੇ, ਉੱਥੇ ਵੱਡੇ ਜ਼ਿਮੀਂਦਾਰ ਨੇ 2-2000 ਕਿੱਲੇ ਵਾਲੇ ਆ, ਉੱਥੇ ਸਰਕਾਰ ਨਹੀਂ ਖਰੀਦਦੀ ਕਣਕ, ਉੱਥੇ ਉਹਨਾਂ ਨੂੰ ਆਪਦੀ ਕਣਕ ਕਈ ਮਹੀਨੇ ਸਟੋਰ ਕਰਨੀ ਪੈਂਦੀ ਹੈ। ਵੱਡੇ ਸਾਈਲੇਜ ਬਣਾਏ ਹੋਏ ਉਹਨਾਂ ਨੇ ਸਟੋਰ ਕਰਨ ਨੂੰ, ਜਿਵੇਂ ਤੁਹਾਡੇ ਮੋਗੇ ਬਣੇ ਆ ਅੰਦਾਜ਼ੀਆਂ ਦਾ। ਹੁਣ ਉੱਥੇ ਦੱਸੋ, ਫਿਰ ਉਹਨਾਂ ਦੇ ਸੈਂਪਲ ਜਾਂਦੇ ਨੇ ਅੱਗੇ, ਫਿਰ ਸਾਰਾ ਕੁਝ ਜਾਂਦਾ ਹੈ। ਪਰ ਇੱਥੇ ਕਿਸਾਨ ਇਹ ਵੀ ਹੈਗਾ ਕਿ ਜਿਹਦੀ ਇੱਕ ਗੱਡੇ ਦੇ ਵਿੱਚ ਕਣਕ ਜਾਂਦੀ ਹੈ ਭਾਰਤ ਦੇ ਵਿੱਚ। ਬਿਲਕੁਲ ਇੱਥੇ ਤੁਸੀਂ ਅਮਰੀਕਾ ਵਾਲਾ ਪਾਲਿਸੀ ਲਾਗੂ ਨਹੀਂ ਕਰ ਸਕਦੇ, ਅਮਰੀਕਾ ਵਾਲਾ ਤਾਂ ਤੁਸੀਂ ਸਿਹਤ ਨਹੀਂ ਲਾਗੂ ਕਰ ਸਕਦੇ। ਇੱਥੇ ਸਾਡੇ ਕੀ ਕਹਿੰਦੇ ਮਰਨ ਦਾ ਰੇਟ ਕਿੰਨਾ ਘੱਟ ਆ। ਕਿਹੜੇ ਗਰੀਬ ਨੂੰ ਕਰੋਨਾ ਹੋਇਆ? ਅਮੀਰਾਂ ਨੂੰ ਹੋਇਆ। ਗਰੀਬਾਂ ਦੇ ਵਿੱਚ ਤਾਂ ਸਾਡੇ ਸਹਿਣ ਸ਼ਕਤੀ ਕਿੰਨੀ ਹੈ ਜੀ? ਬਹੁਤ ਸ਼ਕਤੀ ਆ। ਬਿਲਕੁਲ ਬਿਲਕੁਲ। ਪਿੰਡਾਂ 'ਚ ਹੋਇਆ ਹੀ ਨਹੀਂ, ਕੋਈ ਪ੍ਰੋਬਲਮ ਹੀ ਨਹੀਂ ਪਿੰਡਾਂ ਦੇ ਵਿੱਚ। ਉੱਥੇ ਦੱਸੋ ਅੱਧਾ ਅਮਰੀਕਾ ਖਾਲੀ ਹੋ ਗਿਆ ਗੋਰਿਆਂ ਦਾ। ਬਿਲਕੁਲ। ਸੋ ਇਹ ਚੀਜ਼ਾਂ ਨੇ, ਬਹੁਤ ਫਰਕ ਹੁੰਦਾ। ਸੱਚਾਈ ਇੱਕ ਚੀਜ਼ ਹੈ, ਸਾਨੂੰ ਫਿਊਚਰ ਸੋਚ ਕੇ ਚੱਲਣਾ ਪੈਣਾ। ਮੈਂ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਇੱਕ ਚੀਜ਼ ਨੋਟ ਕਰ ਲਓ ਕਿ ਆਪਣੇ ਹੁਣ ਨਵੇਂ ਮੁੰਡੇ ਕੱਢ ਲਓ, ਇੱਕ ਕਿਆਰਾ ਪੱਠੇ ਬੀਜਣੇ ਆ। ਸਰਦਾਰ ਜੀ ਤੁਸੀਂ ਇੱਕ ਕਿਆਰੇ ਦੇ ਵਿੱਚ ਕੰਪਿਊਟਰ ਕਰਾਹਾ ਲਾਓਗੇ? ਹੱਥ ਵਾਲਾ ਕਰਾਹਾ ਤੁਹਾਡੇ ਕੋਲੇ ਹਰੇਕ ਦੇ ਘਰੇ ਪਿਆ। ਖੇਤ ਜਾਂਦੇ ਆ ਤੁਸੀਂ, ਆਪ ਦੇ ਮੁੰਡਿਆਂ ਨੂੰ ਹੱਥ ਵਾਲਾ ਕਰਾਹਾ ਨਹੀਂ ਲਾਉਣਾ ਆਉਂਦਾ।
ਤੇ ਅੱਗੇ ਜਿੰਦਰੀਆਂ ਨਾਲ ਦੌੜੀਆਂ ਖਿੱਚ ਦਿੰਦੇ ਸੀ ਲੋਕ, ਬਿਲਕੁਲ ਦੋ ਕਨਾਲਾਂ ਤੇ ਛੋਟੇ ਜਿੰਦਰੀਆਂ ਨਾਲ ਬਲਦਾਂ ਦੀਆਂ ਕਰਾਏ ਹੁੰਦੇ, ਛੋਟੀ ਕਰਾਈ ਹੁੰਦੀ ਸੀ, ਉਹਦੇ ਨਾਲ ਕਰ ਲਈ ਗੱਲ ਇਹ ਹੈ ਕਿ ਜਿੱਥੇ ਹੁਣ ਪੱਠੇ ਬੀਜਣੇ ਆ ਉੱਥੇ ਤੁਸੀਂ ਇੱਕ ਕੰਪਿਊਟਰ ਕਰਾਹਲ ਜਾਂਦੇ ਹੋ, ਤੁਹਾਡੇ ਕੋਲੇ ਇੱਕ ਦਿਹਾੜੀ ਤੋਂ ਘੱਟ ਨਹੀਂ ਆਊਗਾ, ਉਹ ਤੁਹਾਡੇ ਨਾਲ ਅੱਧੇ ਘੰਟੇ ਲਈ ਨਹੀਂ ਆਊਗਾ। ਜੇ ਤੁਹਾਡੇ ਕੋਲ ਇੱਕ ਟਰੈਕਟਰ, ਛੋਟਾ ਟਰੈਕਟਰ ਹੈਗਾ, ਉਹਦੇ ਮਗਰ ਕਰਾਹਾ ਪਾਇਆ ਹੋਇਆ, ਤਾਂ ਤੁਹਾਨੂੰ ਜੇ ਇੰਨਾ ਕੈਲੀਬਰ ਹੈਗਾ ਕੰਮ ਆਉਂਦਾ, ਤੁਸੀਂ ਆਪਦਾ ਇੱਕ ਕਿਆਰਾ ਪੱਧਰਾ ਕਰ ਸਕਦੇ ਹੋ। ਵੱਡੇ ਕਿਸਾਨ ਤੇ ਛੋਟੇ ਕਿਸਾਨ ਨੂੰ ਨਹੀਂ ਜੋੜਿਆ ਜਾ ਸਕਦਾ ਕਿਸੇ ਵੀ ਹਾਲਾਤ ਦੇ ਵਿੱਚ। ਬਿਲਕੁਲ ਹਾਂ, ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ। ਮਿਹਰਬਾਨੀ, ਚਾਨਣਾ ਪਾਤਾ, ਮਿਹਰਬਾਨੀ ਜੀ। ਚਾਨਣਾ ਜੀ, ਆਪਾਂ ਗੱਲ ਇਹਦੇ ਉੱਤੇ ਡਿਸਕਸ਼ਨ ਕਰ ਰਹੇ ਹਾਂ ਕਿ ਅਸਲੀਅਤ ਕੀ ਹੈ। ਹਾਂ, ਅਸਲੀ ਤਾਂ ਗੱਲ ਤਾਂ ਸਿਰਫ ਉਸੇ ਤੇ ਦੋ ਗਾਈਆਂ ਵਾਲਾ ਬੰਦਾ ਕਹਿਣਾ ਬੜਾ ਸੌਖਾ ਹੈ। ਦੋ ਗਾਈਆਂ ਵਾਲਾ ਜਿਹੜਾ ਕਿਸਾਨ ਆ, ਉਹ ਖੇਤ ਮੰਡੀ ਜਾ ਕੇ ਦੁੱਧ ਨਹੀਂ ਪਾ ਸਕਦਾ, ਉਹਨੂੰ ਦੁੱਧ ਹੀ ਨੂੰ ਤੇ ਆਪਣੇ ਕੋਆਪਰੇਟਿਵ ਪਾਉਣਾ ਹੀ ਪੈਂਦਾ। ਬਿਲਕੁਲ ਜੀ, ਘਰੋਂ ਹੀ ਦੇਣਾ ਪੈਂਦਾ। ਚਲੋ ਬਿਲਕੁਲ, ਥੈਂਕ ਯੂ ਵਾਲੀ ਸਾਹਿਬ, ਤੁਸੀਂ ਆਪਣੀ ਗੱਲ ਕੀਤੀ, ਠੀਕ ਕੀਤੀ ਹੈ, ਲੇਕਿਨ ਜਿਹੜੇ ਮੰਡੀ ਬੋਰਡ ਦੇ ਸਾਡੇ ਚੇਅਰਮੈਨ ਲਾਲ ਸਿੰਘ ਗੁਰੀ, ਉਹ ਕੀ ਕਹਿ ਰਹੇ ਨੇ? ਉਹ ਤਾਂ ਜੀ ਫਿਰ ਉਹ ਤਾਂ ਉਹਨਾਂ ਕੋਲੇ ਤਾਂ ਜੀ ਉਹ ਤਾਂ ਏਸੀ 'ਚ ਬੈਠੇ ਆ, ਉਹਨਾਂ ਨੂੰ ਲਿਆਓ ਖਬਰ ਕਿਸੇ ਜੱਟ ਦੇ ਖੇਤ ਦੇ ਵਿੱਚ ਹਾੜ ਮਹੀਨੇ ਦੇ ਵਿੱਚ, ਉੱਥੇ ਪੁੱਛੋ ਫਿਰ ਉਹਨਾਂ ਨੂੰ। ਮੈਂ ਤੁਹਾਡੀ ਗੱਲ ਮੰਨਦਾ ਜੀ, ਮੈਂ ਉਹਦੀ ਗੱਲ ਸੁਣ ਲਓ ਪਹਿਲਾਂ, ਅੱਗੇ ਆਪਾਂ ਜਦੋਂ ਵੱਖਰੀ ਗੱਲ ਹੈ। ਹਾਂਜੀ, ਉਹ ਇਹ ਕਹਿ ਰਿਹਾ ਵੀ ਪੰਜਾਬ ਨੂੰ ਸਾਲਾਨਾ 3700 ਕਰੋੜ ਜਿਹੜੀ ਮਿਹਨਤੀ ਮੰਡੀ ਫੀਸ ਆਉਂਦੀ ਸੀ, ਉਹ ਖਤਮ ਹੋ ਜਾਏਗੀ। ਜਿਹੜੀ ਸਾਡੀ ਆੜਤ ਲੇਬਰ, ਉਹ 2700 ਕਰੋੜ ਰੁਪਈਆ ਉਹਨਾਂ ਦਾ ਉਹ ਡੁੱਬ ਜਾਏਗਾ। ਇਹਦੇ ਨਾਲ ਬੇਰੁਜ਼ਗਾਰੀ ਵਧੇਗੀ, ਇੱਕ ਰੁਜ਼ਗਾਰ ਦਾ ਸਾਧਨ ਵੀ ਨਾਲ ਹੈਗਾ ਸਾਡੀ ਇਹਦੇ ਵਿੱਚ। ਨਹੀਂ, ਮੈਂ ਤਾਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ, ਸਾਡੀਆਂ ਸੜਕਾਂ ਨਹੀਂ ਬਣਨੀਆਂ, ਉਹਦੇ ਉੱਤੇ ਟੋਲ ਟੈਕਸ ਲੱਗ ਜਾਣੇ। ਉਹੀ ਦੱਸਣ ਲੱਗਾ, ਉਹ ਕਹਿੰਦੇ ਵੀ 1920 ਦੇ ਵਿੱਚ ਜਿਹੜਾ ਸੀ 2019 ਤੇ 20 ਦੇ ਵਿੱਚ ਜਿਹੜੀ ਉਹ 3646 ਕਰੋੜ ਦੀ ਰਕਮ ਸਾਨੂੰ ਮਿਲੀ ਆ ਇੱਥੋਂ ਦਿਹਾਤੀ ਵਿਕਾਸ ਫੰਡ ਤੋਂ ਜੀ। ਇਹਦੇ ਵਿੱਚ ਅਸੀਂ 71,000 ਕਿਲੋਮੀਟਰ ਸੜਕਾਂ ਦੀ ਰਿਪੇਅਰ ਵੀ ਕਰਦੇ ਤੇ ਬਣਾਉਂਦੇ ਵੀ ਉਹਨਾਂ ਨੂੰ, ਉਹ ਵੀ ਨਹੀਂ ਹੋਣਾ। ਤੇ ਸਰਕਾਰ ਤਾਂ ਸਾਡੀ ਪਹਿਲੇ ਨੰਗ ਧੜੰਗ ਹੈ, ਤੇ ਜੇ ਸਾਨੂੰ ਇੰਨਾ ਨੁਕਸਾਨ ਹੁੰਦਾ ਤੇ ਫਿਰ ਅਸੀਂ ਉਹਦੀ ਮੰਡੀ ਦੀ ਸਪੋਰਟ ਕਿਉਂ ਕਰਾਂਗੇ? ਦੂਸਰੀ ਚੀਜ਼ ਜੀ, ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਆਪਣੀ ਗੱਲ ਤੇ ਤੁਸੀਂ ਠੀਕ ਹੋ, ਲੇਕਿਨ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ, ਜਦੋਂ MSP ਸਰਕਾਰ ਫਿਕਸ ਕਰਦੀ ਹੈ ਤੇ ਫਿਰ ਫਸਲ ਜਿਹੜੀ ਹੈ ਉਸ ਰੇਟ ਦੇ ਉੱਤੇ ਜੇ ਨਹੀਂ ਕੋਈ ਖਰੀਦਦਾ ਤੇ ਸਰਕਾਰ ਨੂੰ ਮਜਬੂਰਨ ਖਰੀਦਣੀ ਪਵੇਗੀ। ਲੇਕਿਨ ਉਹ ਸਿਰਫ ਝੋਨੇ ਤੇ ਕਣਕ ਤੱਕ ਸੀਮਨ ਦੇ ਉਹ ਖਰੀਦ ਲੈਂਦੇ, ਬਾਕੀ ਨਹੀਂ ਖਰੀਦਦੇ। ਕਿਸੇ ਵੇਲੇ ਸਾਡਾ ਪੰਜਾਬ ਜਿਹੜਾ ਸੀ ਉਹ ਕਰੀਬ 50% ਦੀ ਜਿਹੜੀ ਸੀ ਕੇਂਦਰੀ ਪੂਲ ਚ ਸਭ ਹੁੰਦਾ ਸੀ, ਅੱਜ 32% ਰਹਿ ਗਈ ਸੀ। ਸਾਡੇ ਕੋਲ ਕੋਈ ਇੰਡਸਟਰੀ ਨਹੀਂ, ਸਾਡੇ ਕੋਲ ਐਗਰੋ ਬੇਸ ਦੀ ਆ। ਸਾਡੀਆਂ ਐਗਰੋ ਬੇਸਡ ਇੰਡਸਟਰੀ ਜਿਹੜੀ ਆ ਹਰ ਜ਼ਿਲ੍ਹੇ 'ਚ, ਹਰ ਕਸਬੇ 'ਚ ਲੱਗਣੀਆਂ ਚਾਹੀਦੀਆਂ, ਜ਼ਰੂਰੀ ਨਹੀਂ। ਬਿਲਕੁਲ ਜੀ, ਬਿਲਕੁਲ। ਸਾਡੇ ਮੀਟ ਪਲਾਂਟ ਲਾ ਦਿਓ ਜੀ, ਮੈਂ ਕਹਿੰਦਾ ਸਾਡਾ ਸਾਰੇ ਕਿਸਾਨਾਂ ਦਾ ਕਰਜ਼ਾ ਲੈ ਜੂ। ਉਹਨਾਂ ਦੇ ਕੱਟੇ ਬੈਠ ਕੇ ਵਿਕਣ ਲੱਗ ਪੈਣਗੇ, ਅਮਰੀਕੀ ਬੈਠ ਕੇ ਜਿਹੜੇ ਮੇਲ ਨੇ। ਇਹਦਾ ਦੇਖੋ ਇੱਕ ਕਾਨੂੰਨ ਹੈਗਾ ਭਾਰਤ ਦੇ ਵਿੱਚ, ਮੈਂ ਸਿੱਧੀ ਗੱਲ ਕਹਿੰਦਾ, ਕੋਈ ਵੀ ਦੁਧਾਰੂ ਪਸ਼ੂ ਨਹੀਂ ਮਾਰਿਆ ਜਾ ਸਕਦਾ, ਭਾਵੇਂ ਉਹ ਬੱਕਰੀ ਆ ਭਾਵੇਂ ਭੇਡ ਹੈ। ਜਦੋਂ ਬਿਆਨ ਸਿੰਘ ਦੇ ਟਾਈਮ ਤੇ ਡੇਰਾ ਬੱਸੀ ਇੱਕ ਸਲਾਟਰ ਹਾਊਸ ਬਣਨ ਲੱਗਾ ਸੀ, ਕਿੰਨਾ ਵਿਰੋਧ ਹੋਇਆ ਸੀ। ਰੌਲਾ ਇਹ ਹੈ ਨਾ, ਉਦੋਂ ਸਾਡੇ ਵਾਲੇ ਕਿਸਾਨ ਵੀ ਲੱਗ ਜਾਂਦੇ, ਪਤਾ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਆਪਣੇ ਬੱਕਰੀਆਂ ਦਾ ਤੇ ਕੀ ਕਹਿੰਦੇ ਇਹਦਾ ਪਲਾਂਟ ਲੱਗਣਾ ਸੀ ਤੁਹਾਡੇ ਧੂਰੀ ਕੋਲੇ, ਤੇ ਉਹਦੀਆਂ ਇੱਟਾਂ ਹੀ ਖਿਲਾਰਤੀਆਂ ਮਾਂ ਦੇ ਪੁੱਤਾਂ ਨੇ। ਦੱਸੋ, ਕਿਸਾਨ ਯੂਨੀਅਨ ਵੀ ਮਗਰ ਪੈ ਗਈ। ਸਾਡੇ ਕੋਲ ਇਹ ਐਗਰੋ ਬੇਸ ਜਿਹੜੇ ਆ, ਸਾਨੂੰ ਕਿਸਾਨਾਂ ਨੂੰ ਜਿਹੜੀ ਆ ਉਹ ਸੋਚਣਾ ਪਊਗਾ ਵੀ ਭਾਈ ਸਾਨੂੰ ਐਗਰੋ ਬੇਸਡ ਇੰਡਸਟਰੀ ਚਾਹੀਦੀ ਹੈ ਜੇ ਅਸੀਂ ਪੰਜਾਬ 'ਚ ਸਰਵਾਈਵ ਕਰਨਾ। ਹੋਰ ਸਾਡੇ ਕੋਲ ਨਾ ਕੋਈ ਬੰਦਰ ਲੱਗਦੀ ਹੈ, ਨਾ ਸਾਡੇ ਕੋਲ ਕੱਚਾ ਮਲੇ ਨੌਣਾ ਜ਼ਰੂਰ ਹੋਣਾ, ਨਾ ਸਾਡੇ ਕੋਲ ਕਿਸੇ ਜੀ ਜਿਹੜੀ ਸਾਡੀ ਆਪਣੇ ਕੋਲੇ ਟਾਈਮ ਨਾ ਲੰਘ ਜੇ ਜੀ। ਉਹ ਸੁਮੇਲ ਸਿੰਘ ਜਿਹੜਾ ਫੜਿਆ, ਉਹਦਾ ਥੋੜਾ ਜਿਹਾ ਜੰਤਰੀ ਤਾਂ ਖੋਲੋ ਥੋੜੀ ਜਿਹੀ। ਉਹ ਇਲਾਕਾ ਤੇ ਤੁਹਾਡਿਆਂ ਦੀ ਵੈਸੇ ਖੋਲਣੀ ਚਾਹੀਦੀ ਆਪਣੇ ਨੂੰ, ਮਾਨਯੋਗ ਢਿੱਲੋਂ ਸਾਹਿਬ ਨੂੰ ਜੀ। ਉਹ ਜਿਹੜੇ ਮੰਜੇ ਤੇ ਪਏ ਆ, ਉਹ ਗੋਡਾ ਬਦਲਾਇਆ ਅੱਜ ਕੰਮ ਅੱਧਾ ਉਹਨਾਂ ਦਾ, ਤੁਸੀਂ ਸੰਭਾਲੋ। ਕਹਿੰਦੇ ਅਮੀਰ ਅੱਜ ਗੱਲ ਹੋਈ ਸੀ ਉਹਨਾਂ ਨਾਲ, ਕਹਿੰਦੇ ਸੀ ਯਾਰ ਮੈਂ ਇੱਕ ਪੁਰਜਾ ਜਿਹਾ ਬਦਲਾ ਬਿਠਾ ਤੁਹਾਨੂੰ ਮਿੱਠਾ। ਅੱਛਾ ਜੀ, ਸੁਹੇਲ ਬਰਾੜ ਜਿਹੜਾ ਵਾ ਨਾ, ਇਹਦੀ ਸਰਕਾਰੀ ਦਰਬਾਰੇ ਜਦੋਂ ਵੀ ਕੋਈ ਸਰਕਾਰ ਆਉਂਦੀ ਇਹਦੀ ਚੱਲਦੀ ਰਹੀ ਹੈ। ਔਰ ਸੁਹੇਲ ਬਰਾੜ ਜਿਹੜਾ ਨਗਰ ਕੌਂਸਲ ਜਿਹੜੀ ਤੁਹਾਡੀ ਹੈਗੀ ਨਾਲ ਲੱਗਦੀ ਨੈਸ਼ਨਲ ਹਾਈਵੇ ਦੇ, ਉੱਥੇ ਉੱਪਰ ਇਹਦੇ ਨਜਾਇਜ਼ ਕਬਜ਼ੇ ਹੈਗੇ ਤੇ ਸ਼ੋਰ ਵੀ ਬਣਾਇਆ ਨੇ ਆਪਣਾ। ਦੋ ਵੱਡੀਆਂ ਸਾਰੀਆਂ ਬਣਾਈਆਂ। ਕਈ ਵਾਰੀ ਪ੍ਰਸ਼ਾਸਨ ਢਾਉਣ ਦੀ ਕੋਸ਼ਿਸ਼ ਕਰਦਾ, ਲੇਕਿਨ ਸਿਆਸੀ ਰਸੂਖ ਵਾਲੇ ਦੇ ਬੰਦੇ ਦੇ ਉੱਤੋਂ ਫੋਨ ਆਉਣ ਤੇ ਉਹ ਰਹਿ ਜਾਂਦਾ। ਤੇ ਅੱਜ ਵੀ ਉਹ ਕਾਇਮ ਆ ਨਜਾਇਜ਼ ਸਾਰੀਆਂ ਦਾ ਕੰਮ। ਹਾਂਜੀ, ਜਿੱਥੋਂ ਰੋਟੀ ਖਾ ਰਿਹਾ ਹੋ। ਅਗਲੀ ਗੱਲ ਕਰਦੇ ਵੀ ਇਹ ਈਦਗਾਹ ਇੱਕ ਹੈਗੀ ਉੱਥੇ ਜੀ। ਈਦਗਾਹ ਵੀ ਜਿਹੜਾ ਉਹਦੇ ਤੇ ਇਹਦਾ ਨਜਾਇਜ਼ ਕਬਜ਼ਾ ਕਾਫੀ ਦੇਰ ਰਿਹਾ, ਲੰਮਾ ਸਮਾਂ ਕਬਜ਼ਾ ਰਿਹਾ ਜੀ, ਇਹ ਛੱਡਦਾ ਨਹੀਂ ਸੀਗਾ। ਫਿਰ ਉੱਥੋਂ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਆਪਣੀ, ਮੇਰੇ ਖਿਆਲ ਸ਼ਾਇਦ ਉਹਨਾਂ ਗਏ ਨੇ ਆਪਣੇ ਕੋਰਟ ਗਏ ਜਾਂ ਕਿਸੇ ਤਰੀਕੇ ਨਾਲ, ਬੜੀ ਮੁਸ਼ਕਿਲ ਨਾਲ ਈਦਗਾਹ ਤੋਂ ਉਹਦਾ ਕਬਜ਼ਾ ਛਡਾਇਆ ਵਾ ਜੀ।
ਇਸ ਕਰਕੇ ਇਹ ਸੋਰਸਫੁਲ ਬੰਦਾ ਵਾ। ਸੋਰਸਫੁਲ ਬੰਦਾ ਹੋਣ ਕਰਕੇ ਇਹਦਾ ਸੀ ਵੀ ਮੈਂ ਪੁਲਿਸ ਨੂੰ ਖੁਸ਼ ਰੱਖੂੰਗਾ ਤੇ ਮੇਰੇ ਲਈ ਕੋਈ ਵੇਖੋ ਨਹੀਂ ਜੀ। ਇਹ ਗੱਲ ਆਮ ਤੌਰ ਤੇ ਕਹੀ ਜਾਂਦੀ ਆ। ਮੈਂ ਇੱਥੇ ਅੰਮ੍ਰਿਤਸਰ ਪ੍ਰੈਸ ਕਲੱਬ ਬਣਾ ਸੀ, ਇਹ ਸਾਡੀ ਗੱਲ ਹੈਗੀ 1992-93 ਦੀ ਗੱਲ ਜੀ। ਢਿੱਲੋਂ ਸਾਹਿਬ ਐਸਐਸਪੀ ਹੁੰਦੇ ਸੀ, ਹਰਦੀਪ ਸਿੰਘ ਢਿੱਲੋਂ। ਉਹ ਪੱਤਰਕਾਰ ਨੂੰ ਕਹਿਣ ਲੱਗੇ ਵੀ ਜਿੱਥੇ ਮਰਜ਼ੀ ਕਬਜ਼ਾ ਕਰ ਲਓ ਸਰਕਾਰੀ ਇਮਾਰਤ ਤੇ ਕੱਢਣਾ, ਤੇ ਮੈਂ ਤੁਹਾਨੂੰ ਨਾ ਮੈਂ ਕੱਢੂੰਗਾ ਨਹੀਂ ਜੀ, ਤੁਹਾਨੂੰ ਹੋਰ ਕਿਸੇ ਕੱਢ ਨਹੀਂ ਸਕਦੇ। ਇਸ ਕਰਕੇ ਪੁਲਿਸ ਮਹਿਕਮਾ ਵਾ, ਉਹਦੇ ਕੋਲ ਬੜੀਆਂ ਸੀਮ ਪਾਵਰਸ ਨੇ, ਇਸ ਕਰਕੇ ਉਹ ਨਜਾਇਜ਼ ਧੰਦੇ ਕਰਦਾ ਸੀ। ਨਜਾਇਜ਼ ਧੰਦੇ ਕਰਨ ਕਰਕੇ ਜਿਹੜਾ ਵਾ ਉਹ ਪੁਲਿਸ ਨਾਲ ਜਾਰੀ ਸੀ। ਉਹ ਤਾਈਆਂ ਰੰਗ ਬਦਲਦੇ ਪੱਗਾਂ ਦੇ ਸੀਗੇ ਨਾ, ਜਿਵੇਂ ਸਰਕਾਰਾਂ ਬਦਲਦੀਆਂ ਪੱਗਾਂ ਦੇ ਰੰਗ ਬਦਲ ਜਾਂਦੇ ਸੀ, ਉਹ ਐਵੇਂ ਹੀ ਕੰਮ ਜਿਹਾ ਚੱਲਦਾ ਸੀ ਉਹਨਾਂ ਦਾ। ਹਾਂਜੀ ਹਾਂਜੀ। ਤੇ ਇਸ ਕਰਕੇ ਜਿਹੜੇ ਬੰਦਾ ਈਦਗਾਹ ਤੇ ਕਾਫੀ ਸੀ, ਭਾਵੇਂ ਅਕਾਲੀ ਦਲ ਸੀ ਤੇ ਭਾਵੇਂ ਕਾਂਗਰਸ ਸੀਗਾ ਜੀ। ਬਿਲਕੁਲ, ਮੈਂ ਪਹਿਲਾਂ ਕਹਿਤਾ ਜੀ, ਜਿਹੜੀ ਸਰਕਾਰ ਆਉਂਦੀ ਸੀ ਉੱਥੇ ਤਾਂ ਉਹ ਫਰਜ਼ੰਦ ਹੁੰਦਾ ਸੀ ਜੀ ਜੀ। ਤੇ ਸੋ ਇੱਥੇ ਗੱਲ ਕਰੀਏ ਜੀ ਡਰਾਈਵਰਾਂ ਦੀਆਂ, ਕਰੋਨਾ ਨੌਕਰੀਆਂ ਖਾ ਰਿਹਾ ਜੀ ਡਰਾਈਵਰਾਂ ਕੰਡਕਟਰਾਂ ਦੀਆਂ। ਕਿੱਥੋਂ ਦੇ ਡਰਾਈਵਰਾਂ ਕੰਡਕਟਰਾਂ ਦੀਆਂ ਤੇ ਕਿੰਨੇ ਕੁ ਡਰਾਈਵਰ ਕੰਡਕਟਰ ਵਿਚਾਰੇ ਵਿਹਲੇ ਕਰ ਦੂਗਾ। ਕਰੋਨਾ ਨੇ ਤਾਂ ਪਤਾ ਨਹੀਂ ਕਿਹਨੂੰ ਵਿਹਲਾ ਕਰੀ ਜਾਂਦਾ ਜੀ। ਪੰਜਾਬ ਦੇ ਵਿੱਚ 7000 ਦੇ ਕਰੀਬ ਪ੍ਰਾਈਵੇਟ ਬੱਸਾਂ ਜੀ, ਤੇ ਘੱਟੋ ਘੱਟ 2 ਵਿਅਕਤੀ ਉਹਦੇ ਉੱਤੇ, ਇੱਕ ਕੰਡਕਟਰ ਤੇ ਇੱਕ ਡਰਾਈਵਰ ਜੀ, ਤੇ ਕਿਤੇ ਕਿਤੇ ਨਾਲ ਤੀਜਾ ਬੰਦਾ ਵੀ ਹੋਊਗਾ। 15000 ਦੇ ਕਰੀਬ ਲੋਕ ਜੀ ਜਿਹੜੇ ਵਿਚਾਰੇ ਇਸ ਵੇਲੇ ਬੇਰੁਜ਼ਗਾਰ ਹੋਏ ਪਏ ਨੇ। ਅੱਛਾ ਜੀ। ਕਿਉਂ? ਮਾਲਕ ਕਹਿੰਦੇ ਆ ਵੀ ਸਾਨੂੰ ਜੋ ਹਦਾਇਤਾਂ ਸਰਕਾਰ ਦੇ ਮੁਤਾਬਕ ਸਾਡਾ ਖਰਚਾ ਪੂਰਾ ਨਹੀਂ ਹੁੰਦਾ ਜੀ, ਅਸੀਂ ਤੇ ਥੱਲੇ ਵੀ ਸਵਾਰੀਆਂ ਬਣੀਆਂ, ਉੱਤੇ ਸਵਾਰੀਆਂ ਬਣੀਆਂ, ਤੇ ਅਸੀਂ ਆਪਣਾ ਕੰਮ ਪੂਰਾ ਕਰਨਾ। ਤੇ ਇਹ ਕਹਿੰਦੇ ਵੀ ਤੁਸੀਂ 30 ਤੋਂ ਗੱਡੀ 'ਚ ਬੱਸ 'ਚ ਬੰਦੇ ਨਹੀਂ ਬਣੇ ਜੀ। ਜੇ ਨਹੀਂ ਬਣੇ, ਸਾਡਾ ਖਰਚਾ ਨਹੀਂ ਬਣਦਾ, ਤੁਸੀਂ ਗੱਡੀਆਂ ਖੜੀਆਂ ਰਹਿਣ, ਤੁਸੀਂ ਘਰ ਨੂੰ ਜਾਓ। ਹੁਣ ਉਹਨਾਂ ਵਿਚਾਰਿਆਂ ਦੇ ਜਿਹੜੇ 15000 ਲੋਕ, ਉਹਨਾਂ ਦੇ ਪਰਿਵਾਰ ਭੁੱਖੇ ਮਰ ਰਹੇ ਆ, ਤੁਹਾਨੂੰ ਦੱਸੋ ਉਹਨਾਂ ਦੇ ਕੀ ਕਰੋਗੇ ਤੁਸੀਂ ਜੀ। ਇਹਦੇ ਵਿੱਚ ਤੁਸੀਂ ਜੇ ਚਲ ਜਾਓ ਸਾਡੇ ਆਪਣੇ ਹਰਿਆਣੇ ਚਲ ਜਾਓ, ਹਰਿਆਣੇ ਦੇ ਵਿੱਚ ਵੀ ਉੱਥੇ 4000 ਦੇ ਕਰੀਬ ਜਿਹੜਾ ਬੱਸਾਂ ਦਾ ਪਹੀਆ ਜਾਮ ਹੋਇਆ ਪਿਆ ਵਾ। ਅੱਛਾ ਜੀ। ਉੱਥੇ ਵੀ ਲਗਭਗ 10000 ਡਰਾਈਵਰ ਕੰਡਕਟਰ ਤੇ ਸਹਾਇਕ ਜਿਹੜੇ ਉਹਨਾਂ ਦੇ ਜੀ, ਅੱਛਾ ਜੀ, ਉਹ ਵਿਚਾਰੇ ਬੇਰੁਜ਼ਗਾਰ ਹੋਏ ਪਏ ਨੇ ਇਸ ਵੇਲੇ, ਜਿਨ੍ਹਾਂ ਬਾਰੇ ਸਰਕਾਰ ਦਾ ਕੋਈ ਧਿਆਨ ਨਹੀਂ ਹੈਗਾ ਵੀ ਇਹਨਾਂ ਲੋਕਾਂ ਦੇ ਬੱਚੇ ਭੁੱਖੇ ਮਰਦੇ ਆ। ਅੱਛਾ। ਹਿਮਾਚਲ ਪ੍ਰਦੇਸ਼ ਵਿੱਚ 3300 ਪ੍ਰਾਈਵੇਟ ਬੱਸਾਂ ਨੇ ਜਿਹਦੇ ਨਾਲ 7000 ਲੋਕ ਜੁੜੇ, ਉਹਨਾਂ ਦਾ ਰੁਜ਼ਗਾਰ ਵੀ ਖੁੱਸ ਗਿਆ ਵਾ ਜੀ। ਤੇ ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਦੇ ਜਨਰਲ ਸਕੱਤਰ ਰਮੇਸ਼ ਕਮਲ ਆ ਜੀ, ਉਹਦਾ ਕਹਿਣਾ ਵੀ ਡਰਾਈਵਰ ਕੰਡਕਟਰ ਤੇ ਸਹਾਇਕ ਜਿਹੜੇ ਉਹ ਬੱਸ ਮਾਲਕ ਕੋਲ ਤਨਖਾਹ ਮੰਗ ਰਹੇ ਆ, ਪਰ ਜਦੋਂ ਬੱਸਾਂ ਖੜੀਆਂ ਸੀ ਤਨਖਾਹ ਕਿੱਥੋਂ ਮਿਲੀ ਇਹਨਾਂ ਨੂੰ? ਉਹ ਆਪਣੀ ਗੱਲ ਠੀਕ ਨੇ ਜੀ। ਕਹਿਣ ਤੋਂ ਭਾਵੇਂ ਆ ਵੀ ਕਰੋਨਾ ਸੰਕਟ ਭਾਵੇਂ ਥੋੜਾ ਆਇਆ ਜਾਂ ਬਹੁਤ ਆਇਆ, ਇਹ ਤੇ ਸਰਕਾਰ ਜਾਣਦੀ ਹੋਊਗੀ। ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਆ ਵੀ ਕਿਹੜਾ ਮਜ਼ਦੂਰ ਮਰਿਆ ਜੀ ਕਰੋਨਾ ਸੰਕਟ ਨਾਲ, ਪਹਿਲੀ ਵਾਰੀ ਕੋਈ ਬਿਮਾਰੀ ਆਈ ਹੈ ਜਿਹੜੀ ਅਮੀਰਾਂ ਨੂੰ ਫੜ ਰਹੀ ਹੈ, ਨਹੀਂ ਤੇ ਹਮੇਸ਼ਾ ਗਰੀਬ ਮਰਦੇ ਹੁੰਦੇ ਸੀ। ਠੀਕ ਹੈ ਜੀ। ਤੇ ਪਿੱਟਣੇ ਸਾਰੇ ਇਸੇ ਕਰਕੇ ਡਿਆ ਵੀ ਅਸੀਂ ਮਰ ਗਏ ਖੱਬ ਕੇ ਸਾਨੂੰ ਬਚਾਓ ਕਿਸ ਤਰੀਕੇ ਨਾਲ ਜੀ। ਹੁਣ ਇਹ ਉਹ ਲੋਕ ਮੰਗ ਕਰ ਰਹੇ ਨੇ ਵਿਚਾਰੇ ਸਾਰੇ ਪੰਜਾਬ ਹਰਿਆਣਾ ਤੇ ਜਿਹੜੇ ਸਾਡੇ ਆਪਣੇ ਹਿਮਾਚਲ ਦੇ ਡਰਾਈਵਰ ਕੰਡਕਟਰ ਨੇ, ਉਹ ਸਰਕਾਰਾਂ ਤੋਂ ਮੰਗ ਕਰ ਰਹੇ ਵੀ ਸਾਡਾ ਵੀ ਕੁਝ ਸੁੱਕੋ, ਅਸੀਂ ਬੱਚੇ ਪਾਲਣੇ ਆ ਜੀ। ਮੁੜ ਕੇ ਤੁਸੀਂ ਕਹਿੰਦੇ ਲੋਕ ਸੁਸਾਈਡ ਕਰਦੇ, ਫਿਰ ਸਾਡੇ ਕੋਲ ਰਸਤਾ ਕੀ ਰਹਿ ਜਾਂਦਾ। ਇਸ ਕਰਕੇ ਇਹਨਾਂ ਬਾਰੇ ਵੀ ਸਰਕਾਰ ਨੂੰ ਸੋਚਣਾ ਚਾਹੀਦਾ। ਜਿਵੇਂ ਪ੍ਰਧਾਨ ਮੰਤਰੀ ਸਾਹਿਬ ਆ, ਜਿੱਦਾਂ ਫੋਰਨ ਦੇ ਵਿੱਚ ਲੋਕਾਂ ਨੇ $2,000 ਪਾਤੇ ਸਰਕਾਰਾਂ ਨੇ, ਇਹਨਾਂ ਦੇ ਖਾਤੇ 'ਚ ਵੀ ਕਿਨੂੰ ਕੁਛ ਦਿੱਤਾ ਜਾਣਾ ਚਾਹੀਦਾ। ਇਹਨਾਂ ਨੂੰ ਇਹਨਾਂ ਲਿਸਟਾਂ ਬਣਾਓ, ਇਹਨਾਂ ਦੇ ਰਿਕਾਰਡ ਲੈ ਕੇ ਇਹਨਾਂ ਦੀ ਮਦਦ ਕੀਤੀ ਜਾਣੀ ਬਹੁਤ ਜ਼ਰੂਰੀ ਹੈ ਜੀ ਜੀ। ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮਨਮਰਜ਼ੀਆਂ ਚੁਭਣ ਲੱਗ ਪਈਆਂ ਜੀ। ਹੁਣ ਚੁਭਦੀਆਂ ਤਾਂ ਪਹਿਲਾਂ ਸੀ, ਕਹਿੰਦਾ ਪਰ ਦੇਸ਼ ਚਲਾਉਣਾ, ਮਨਮਰਜ਼ੀਆਂ ਨਾ ਕਰੋ, ਮਨਮਰਜ਼ੀਆਂ ਨਾ ਚਲਾਓ, ਦੇਸ਼ ਚਲਾਓ। ਵੇਖੋ ਜੀ, ਸਭ ਤੋਂ ਵੱਡੀ ਗੱਲ ਇਹ ਆ ਵੀ ਸਾਹਮਣੇ ਪ੍ਰਧਾਨ ਮੰਤਰੀ ਸਾਹਿਬ ਪਤਾ ਨਹੀਂ ਜਾਪਦੇ ਜੇ ਕਿਵੇਂ ਰਹਿ ਗਏ। ਨਹੀਂ ਤੇ ਲਾਕਡਾਊਨ ਲਾ ਦਿਓ ਜੀ, ਨੋਟਬੰਦੀ ਕਰ ਦਿਓ, ਕੋਈ ਮਰਦਾ ਮਰਦੇ, ਕੋਈ ਖਪਦਾ ਖਪ ਜੇ। ਲੇਕਿਨ ਚਾਈਨਾ ਦੇ ਟਾਈਮ ਤੇ ਇਹਨਾਂ ਸੰਜਮ ਕਿਉਂ ਵਰਤਿਆ ਮੈਨੂੰ ਨਹੀਂ ਪਤਾ। ਸੰਜਮ ਵਰਤ ਕੇ ਜਿਹੜਾ ਜੀ ਚੁੱਪ ਕਰ ਰਹੇ, ਕੋਈ ਨਹੀਂ ਕਰਨਾ। ਉਹਦੇ ਉੱਤੇ ਆਪਾਂ ਵੀ ਪਰਸੋਂ ਗੱਲ ਕੀਤੀ ਸੀ ਵੀ ਇਹਦੇ ਵਾਸਤੇ ਸਰਬ ਪਾਰਟੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ ਜੀ। ਇਹਨਾਂ ਨੇ ਸਰਬ ਪਾਰਟੀ ਮੀਟਿੰਗ ਬੁਲਾਈ ਤੇ ਉਹ ਪਾਰਟੀਆਂ ਦੀ ਕਾਨਫਰੰਸ ਹੀ ਲਈ ਸਾਰੀਆਂ ਲਈਆਂ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਸੀ ਵੀ ਪਾਰਟੀਆਂ ਜੀ। ਆਰਜੇਡੀ ਵਾਲੇ ਕਹਿੰਦੇ ਆ ਵੀ ਸਾਡੇ 7 MLC ਆ, 5 MP ਆ, ਅਸੀਂ ਵੱਡੀ ਪਾਰਟੀ ਆ ਬਿਹਾਰ ਦੇ ਵਿੱਚ, ਸਾਡਾ 1000 ਆ, ਸਾਨੂੰ ਕੁਝ ਸਮਝਿਆ ਗਿਆ। ਸਮਾਜਵਾਦੀ ਪਾਰਟੀ ਜਿਹੜਾ ਉੱਥੋਂ ਦਾ ਇੱਕ ਜਿਹੜਾ ਸਾਡਾ ਰੱਖਿਆ ਮੰਤਰੀ ਰਿਹਾ, ਡਿਫੈਂਸ ਮਿਨਿਸਟਰ ਹੈ ਮਹਾਰਾਜ ਸਿੰਘ ਯਾਦਵ ਜੀ,
4 ਵਾਰੀ ਮੁੱਖ ਮੰਤਰੀ ਰਿਹਾ, ਇੱਕ ਵਾਰੀ ਉਹਦਾ ਮੁੰਡਾ ਰਿਹਾ, ਉਹਨੂੰ ਨਹੀਂ ਸੱਦਿਆ ਗਿਆ। ਸਭ ਤੋਂ ਵੱਡੀ ਗੱਲ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਦੱਸਿਆ ਗਿਆ ਇਹਦੇ ਬਾਰੇ। ਦੱਸੋ। ਤੇ ਫਿਰ ਸਰਬ ਪਾਰਟੀ ਮੀਟਿੰਗ ਕਾਹਦੀ ਹੋ ਗਈ? ਦੱਸੋ ਫਿਰ ਕਾਹਦੀ ਹੋ ਗਈ? ਜੇ ਸਰਬ ਪਾਰਟੀ ਮੀਟਿੰਗ ਕਰਨੀ ਸੀ, ਪ੍ਰਧਾਨ ਮੰਤਰੀ ਸਾਹਿਬ ਸਾਰਿਆਂ ਨੂੰ ਪ੍ਰੋਪਰਲੀ ਸਿਰੇ ਦਿੰਦੇ, ਕੋਈ ਵੀ ਬੰਦਾ ਜਿਹੜੀ ਉਹ ਚੰਗੀ ਤੋਂ ਚੰਗੀ ਗੱਲ ਵੀ ਕਰ, ਛੋਟੀ ਪਾਰਟੀ ਵਿੱਚ ਚੰਗੀ ਗੱਲ ਕਰ ਸਕਦਾ, ਤੁਹਾਡੀ ਸਹਾਇਤਾ ਕਰ ਸਕਦਾ। ਤੁਸੀਂ 20 ਪਾਰਟੀਆਂ ਦੀ ਕੀਤੀ, ਇਸ ਕਰਕੇ ਉਹਨਾਂ ਪਾਰਟੀਆਂ 'ਚ ਰੋਸ ਆ। ਜਿਹੜਾ ਆਰਜੇਡੀ ਦਾ ਇੱਕ MP ਉਹਨੇ ਪ੍ਰੈਸ ਕਾਨਫਰੰਸ ਵੀ ਕਰਦੀ ਦੇ ਉੱਤੇ ਵੀ ਪ੍ਰਧਾਨ ਮੰਤਰੀ ਜਵਾਬ ਦੇਣ। ਅੱਛਾ ਜੀ। ਇਹ ਸਰਬ ਪਾਰਟੀ ਮੀਟਿੰਗ ਸੀ ਕਿ ਉਹਨਾਂ ਦੀ ਸਹਾਇਕ ਪਾਰਟੀ ਮਨਮਰਜ਼ੀ ਪਾਰਟੀ, ਠੀਕ ਹੈ ਜੀ, ਮਨਮਰਜ਼ੀ ਪਾਰਟੀ ਦੀ ਮੀਟਿੰਗ ਸੀ। ਸੋ ਇਹ ਤਾਂ ਮਨਮਰਜ਼ੀਆਂ ਹੀ ਨੇ, ਜਿੱਧਰ ਨੂੰ ਮਰਜ਼ੀ ਕਰ ਲਓ। ਕਹਿੰਦੇ ਇਹ ਤਾਂ ਬਿਨ ਵੋਟਾਂ ਨਾਲ ਚੁਣੇ ਹੋਏ ਰਾਜੇ ਬਣ ਗਏ ਜੀ। ਜਿਵੇਂ ਰਾਜੇ ਕਰਦੇ ਸੀ ਉਹ ਤਾਂ ਖਾਨਦਾਨ ਨਹੀਂ ਹੁੰਦੇ ਸੀ, ਇੱਥੇ ਤਾਂ ਵਿਪਤਾ ਹੀ ਭਾਰਤ ਦੇਸ਼ ਨੂੰ ਇਹ ਪੈ ਗਈ। ਜੀ ਜੀ ਜੀ। ਸੋ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਨਾਲ ਜੁੜੇ ਹੋਏ ਜੀ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਸਨ। ਧੰਨਵਾਦ ਪੱਟੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸੋ ਅੱਜ ਦਾ ਇਹ ਪ੍ਰੋਗਰਾਮ ਜਿਵੇਂ ਤੁਹਾਨੂੰ ਦੱਸਿਆ ਕਿ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਨੇ ਤੁਹਾਡੇ ਤੱਕ ਪਹੁੰਚਾਇਆ ਜੀ। ਇਸ ਤੋਂ ਇਲਾਵਾ ਮੇਰੀ ਗੁਜ਼ਾਰਿਸ਼ ਹੈ ਜੀ, ਤੁਹਾਨੂੰ ਟਰੱਕਰ ਵੀਰ ਖਾਸ ਕਰਕੇ ਨੰਬਰ ਜਿਹੜੇ ਵਿਨੀਪੈਗ ਏਰੀਏ ਵੱਲ ਨੂੰ ਚੱਲਦੇ ਨੇ, ਉਹ ਇੱਕ ਨੰਬਰ ਨੋਟ ਕਰੋ ਜੀ, ਬਲਤੇਜ ਪਨੇਸਰ ਹੋਰਾਂ ਦਾ 204 459 2000 204 459 2000। ਸੋ ਇਹਨਾਂ ਦੀ ਹੈ ਜੀ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ, ਯੂਨਿਟ ਨੰਬਰ 3 ਤੇ 4 200 ਟਰਾਂਸਪੋਰਟ ਰੋਡ, ਸਪਰਿੰਗਫੀਲਡ, ਵਿਨੀਪੈਗ, ਮੈਨੀਟੋਬਾ ਦੇ ਵਿੱਚ। ਬਿਜ਼ਨਸ ਦਾ ਨੰਬਰ ਹੈ ਜੀ 204 777 0460। ਤੁਸੀਂ ਇੱਥੇ ਆਪਦੇ ਟਰੱਕ ਦਾ ਇਲੈਕਟ੍ਰੀਕਲ ਤੇ ਡਾਇਗਨੋਸਿਸ ਕਰਾ ਸਕਦੇ ਹੋ, ਬ੍ਰੇਕ ਕਰਾ ਸਕਦੇ ਹੋ, ਆਇਲ ਚੇਂਜ ਜੌਬਸ ਕਰਾ ਸਕਦੇ ਹੋ, ਸਸਪੈਂਸ਼ਨ ਕਰਵਾ ਸਕਦੇ ਹੋ, ਟਾਇਰਾਂ ਦੀ ਇੰਸਟਾਲੇਸ਼ਨ ਕਰਾ ਸਕਦੇ ਹੋ, ਇੰਜਨ ਨੂੰ ਰੀਬਿਲਟ ਕਰਾ ਸਕਦੇ ਹੋ, ਟਰਾਂਸਮਿਸ਼ਨ, ਡਿਫਰੈਂਸ਼ੀਅਲ, ਕਲੱਚ, ਸੀਜ਼ਨਲ ਸਰਵਿਸ, ਪ੍ਰੋਫੈਸ਼ਨਲ DOT, ਸੇਫਟੀ ਇੰਸਪੈਕਸ਼ਨਸ, ਟਰੱਕਾਂ ਤੇ ਟ੍ਰੇਲਰਸ ਦੀ ਸਾਰਾ ਕੁਝ ਕਰਾ ਸਕਦੇ ਹੋ। ਇਹ MPI ਅਪਰੂਵਡ ਸ਼ਾਪ ਹੈ ਜੀ। ਫਿਰ ਤੋਂ ਨੰਬਰ ਨੋਟ ਕਰ ਲਓ, ਪਨੇਸਰ ਸਾਹਿਬ ਦੇ ਦਾ ਨੰਬਰ ਜੀ 204 459 2000। ਬਿਜ਼ਨਸ ਦਾ ਨੰਬਰ ਹੈ ਜੀ 204 777 0460 ਦੇ ਉੱਤੇ। ਜਤਿੰਦਰ ਸਿੰਘ ਤੂਰ ਹੋਰਾਂ ਦਾ ਨੰਬਰ ਨੋਟ ਕਰੋ 661 754 1722। ਇਹਨਾਂ ਨਾਲ ਤੁਸੀਂ ਅਮਰੀਕਾ ਦੇ ਵਿੱਚ ਕਿਤੇ ਵੀ ਏਰੀਆ ਤੋਂ ਕਹਿੰਦੇ ਇੱਕ ਵਾਰੀ ਸਲਾਹ ਮਸ਼ਵਰਾ ਕਰਨਾ ਤਾਂ ਜੀ ਸਦਕੇ ਕਰੋ। ਬੇਕਰਸਫੀਲਡ ਏਰੀਆ ਦੇ ਵਿੱਚ ਵੈਸੇ ਰਹਿੰਦੇ ਨੇ। ਇਹਨਾਂ ਨੂੰ ਬਹੁਤ ਜ਼ਿਆਦਾ ਮੁਹਾਰਤ ਹੈ ਜੀ ਸੋਲਰ ਸਿਸਟਮ ਲਵਾਉਣ ਦੀ। ਤੁਸੀਂ ਕਿਵੇਂ ਪੈਸਾ ਬਚਾਉਣਾ ਹੈ, ਟੈਕਸ ਕਿਵੇਂ ਬਚਾਉਣਾ ਹੈ, ਸੋ ਇਹਨਾਂ ਨਾਲ ਸੰਪਰਕ ਕਰ ਲਓ 661 754 1722 ਦੇ ਉੱਤੇ ਕਾਲ ਕਰਕੇ। ਸੋ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਜੀ। TD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ। ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 622 0660 519 622 0660 QTL, because we care. Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। PGI ਚੰਡੀਗੜ੍ਹ ਅਤੇ ਮੈਕਸ ਹਸਪਤਾਲ ਬਠਿੰਡਾ ਦੇ ਮਾਨਸਿਕ ਰੋਗਾਂ ਅਤੇ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਸਤੀਸ਼ ਥਾਪਰ ਹੁਣ ਆਪਣੇ ਕਲੀਨਿਕ ਵਿੱਚ ਹਰ ਰੋਜ਼ ਸਵੇਰੇ 9 ਵਜੇ ਤੋਂ 12 ਵਜੇ ਤੱਕ ਅਤੇ ਫਿਰ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਸਲਾਹ ਲਈ ਮਿਲਣਗੇ। ਪਤਾ ਨੋਟ ਕਰ ਲਓ, ਡਾਕਟਰ ਸਤੀਸ਼ ਥਾਪਰ, ਇੰਟੀਗ੍ਰੇਟਿਵ ਸਾਈਕੈਟ੍ਰਿਕ ਕੇਅਰ, ਸਾਹਮਣੇ ਗੁਰਦੁਆਰਾ ਸਾਹਿਬ, ਨਾਮਦੇਵ ਰੋਡ, ਬਠਿੰਡਾ। ਸੰਪਰਕ ਨੰਬਰ 9814 32345 ਯਾਨੀ ਕਿ 9814232345।
ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 6618858858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ।